गुरु नानक पद पंकज बंदन पंकज बंदना सिमरो अंगद दुख निकंदना गुरु अमर दास हृदय नित त्याऊं हृदय नित श्री गुरु रामदास गुण गाओ गुरु अर्जन विघ्नन के नाशक विघ्नन के नाशक श्री हर गोबिंद सुमत पर श्री हरि राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम कृपाला परम कृपाला श्री गुरु गोविंद सिंह विसाला तरो तरा पर पुन पुन सीसा पुन पुन सीसा बंदो बार बार जगदीसा एक अंकारा सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए दोहरा सिक्खी पंच प्रकार की सुन पाहुल बख्शीश सिख सिद्ध की कर जोर कै तर पग पंकज शीस वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरणा विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिनी आपां विचारां सरवण कर रहे सी जिस तरह धन धन श्री गुरु गोबिंद सिंह महाराज जी ने सिੱਖੀ ਦੇ बारे दसिया कि मनुख ਜਿਹੜਾ है सिੱਖੀ ਨੂੰ धारण ਕਰਨ वाला किहो जी अवस्था रखता है। 5 तरह की अवस्था रखता है। कोई किसी कारण ਨੂੰ ਲੈ ਕੇ सिख बनता है, कोई किसी कारण ਨੂੰ ਲੈ ਕੇ। ਇਹ सब तो उत्तम सिख है ਜਿਹੜਾ ਭਾਵਨਾ ਦਾ ਸਿੱਖ ਹੋਵੇ, ਭਾਵ ਹਿਰਦੇ ਦੀ ਭਾਵਨਾ ਜਿਸ ਦੀ ਗੁਰੂ ਨਾਲ ਜੁੜੀ ਹੋਵੇ ਅਤੇ ਸਿੱਧਕੀ ਸਿੱਖ ਹੋਵੇ, ਉਹਨੂੰ ਸਭ ਤੋਂ ਉੱਤਮ ਕਿਹਾ ਹੈ। ਹੁਣ ਜਦੋਂ ਇਸ ਵਿਸ਼ੇ 'ਤੇ ਆਪਾਂ ਕੱਲ੍ਹ ਵਿਚਾਰਾਂ ਸਰਵਣ ਕੀਤੀਆਂ, ਪਾਤਸ਼ਾਹ ਜੀ ਕਹਿਣ ਲੱਗੇ ਇਸ ਤਰ੍ਹਾਂ 5 ਤਰ੍ਹਾਂ ਦੀ ਸਿੱਖੀ ਹੈ ਭਾਈ। सतगुर पूर्ण जिनो के पूरी तिनकी आस, नाम जपीए नाम नित सिमरो सास गिरास। जिन्हां नूं पूरू गुरु मिल जाता है, पूर्ण सतगुर दे लड़ लग जाते हैं, वो नाम नाल जुड़ते हैं, वो संसार दीआं वस्तुआं नाल नहीं जुड़ते। ओहे जे सिदकी सिख हुंदे आ, भाई भिखारी वर्गे, भाई तारू सिंह वर्गे। और गुरसिੱਖੀ ਦੇ ਵਿੱਚ ਗੁਰਮਤ ਵਿੱਚ ਤਾਂ ਇਸ ਵਿਸ਼ੇ 'ਤੇ ਵੀ ਕੋਈ ਅੰਤ ਨਹੀਂ ਹੈ। ਕਿਤਨੇ ਸ਼ਹੀਦ ਸਿੰਘ ਹੋਏ, ਸਿੱਖ ਹੋਏ ਜਿਨ੍ਹਾਂ ਨੇ ਆਪਣੀ ਸਿੱਖੀ ਕਮਾਈ ਹੈ, ਭਾਵੇਂ ਕਿ ਉਹਨਾਂ ਨੂੰ ਪ੍ਰਾਣ ਤੱਕ ਤਿਆਗਣੇ ਪਏ ਪਰ ਸਿੱਖੀ ਨਹੀਂ ਛੱਡੀ। ਤਾਂ ਐਸਾ ਸਿੱਖ ਹੋਣਾ ਚਾਹੀਦਾ। ਬਣੀਏ ਸਤਨਾਮ ਅਨੁਰਾਗੀ। ਕੱਲ੍ਹ ਪਾਤਸ਼ਾਹ ਕਹਿ ਰਹੇ ਸੀਗੇ ਪਰਮੇਸ਼ਰ ਦੇ ਨਾਮ ਨਾਲ ਪਿਆਰ ਕਰੋ। ਕਾਮ ਕ੍ਰੋਧ ਮਦ ਮਨ ਹੈ ਤਿਆਗੀ। ਹਿਰਦੇ ਦੇ ਵਿੱਚੋਂ ਵਿਸ਼ੇ ਵਿਕਾਰਾਂ ਨੂੰ, ਹੰਕਾਰ ਨੂੰ, ਮਾਣ ਨੂੰ ਤਿਆਗ ਕੇ ਰਾਖ ਸਥਿਰ ਸਤਿਗੁਰੂ ਭਰੋਸਾ ਧਰ ਸੰਤੋਖ ਸਿੰਘ ਸਾਂਤ ਸੰਤੋਸ਼ਾ। ਗੁਰੂ 'ਤੇ ਭਰੋਸਾ ਰੱਖ ਕੇ ਸਬਰ ਸੰਤੋਖ ਦੇ ਨਾਲ ਜੀਵਨ ਨੂੰ ਬਤੀਤ ਕਰਦੇ ਹੋਏ ਸਿੱਖੀ ਨੂੰ ਕਮਾਈਏ। ਐਸੀ ਸਿੱਖੀ ਹੋਣੀ ਚਾਹੀਦੀ ਆ। ਹੁਣ ਜਿਹੜੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਕੋਲੋਂ ਇਹ ਬਚਨ ਸੁਣ ਰਹੀਆਂ ਸਨ,
ਉਹਨਾਂ ਸੰਗਤਾਂ ਨੇ ਗੁਰੂ ਪਿਆਰਿਓ ਬੇਨਤੀ ਕੀਤੀ, ਮਹਾਰਾਜ ਇਹ ਤਾਂ ਠੀਕ ਆ, ਤੁਸੀਂ ਸਾਨੂੰ ਜੋ ਇਹ ਦੱਸਣਾ ਕੀਤਾ ਬਈ ਇਸ ਤਰ੍ਹਾਂ ਦਾ ਇਹ ਸਿਦਕੀ ਸਿੱਖ ਹੋਣਾ ਚਾਹੀਦਾ ਹੈ, ਇਹ ਸਿਦਕੀ ਸਿੱਖ ਕਿਵੇਂ ਹੋ ਸਕਦਾ ਮਹਾਰਾਜ? ਤੇ ਇੱਕ ਜੋ ਆਪ ਜੀ ਨੇ ਹੁਣ ਚਰਨ ਪਹੁਲ ਨੂੰ ਬਦਲ ਕੇ ਖੰਡੇ ਦੀ ਪਹੁਲ ਬਣਾ ਦਿੱਤਾ ਹੈ, ਇਹਦੇ ਬਾਰੇ ਵੀ ਸਾਨੂੰ ਦੱਸਣਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁਲ ਦਾ ਭੇਦ ਭਾਵ ਅੰਮ੍ਰਿਤ ਦੇ ਗੁਣ ਤੇ ਵਡਿਆਈਆਂ ਇਹ ਕਿਵੇਂ ਦੱਸਦੇ ਹਨ, ਆਓ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਦੋਹਰਾ ਸਿੱਖੀ ਪੰਜ ਪ੍ਰਕਾਰ ਕੀ ਸੁਨ ਪਹੁਲ ਬਖਸ਼ੀਸ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਜਦ ਦੱਸਿਆ ਕਿ ਸਿੱਖੀ ਪੰਜ ਤਰ੍ਹਾਂ ਦੀ ਹੈ, ਤੇ ਜਿਹੜੀ ਪਹੁਲ ਹੈ ਇਹੀ ਪਹਿਲਾ ਚਰਨ ਪਹੁਲ ਹੁੰਦੀ ਸੀ, ਹੁਣ ਉਹ ਖੰਡੇ ਦੀ ਪਹੁਲ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਸਿੱਖ ਸਿੱਧ ਕੀ ਕਰ ਜੋਰ ਕੈ ਤਰ ਪੱਗ ਪੰਕਜ ਸੀਸ। ਔਰ ਜਦੋਂ ਸਿੱਖ ਦੇ ਹਿਰਦੇ ਦੇ ਅੰਦਰ ਗੁਰੂ ਦੇ ਨਾਮ ਦਾ ਵਾਸਾ ਹੁੰਦਾ ਹੈ ਤਾਂ ਫਿਰ ਇਸ ਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੋ ਜਾਂਦੀ ਹੈ। ਸਿੱਧਕੀ ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀਸ ਰੱਖਿਆ ਤੇ ਬੇਨਤੀ ਕੀਤੇ ਜੇ ਉਚਿਤ ਪੈ ਸਰ ਕਰ ਪੰਗਤ ਗੁਰ ਪਾਤਸ਼ਾਹ ਕੀ ਸੰਗਤ। ਔਰ ਪੁੱਛਣ ਲੱਗੇ ਮਹਾਰਾਜ ਅਸੀਂ ਆਪ ਜੀ ਦੀ ਸੰਗਤ ਹਾਂ, ਕਿਰਪਾ ਕਰਕੇ ਸਾਨੂੰ ਇਸ ਪਹੁਲ ਦੇ ਬਾਰੇ ਦੱਸਣਾ ਕਰੋ ਜੀ। ਅਬਿਲਾਗਤ ਸਗਰੇ ਮਨ ਜਾਣਨਾ ਸਰਵਣ ਕਰਨ ਕੋ ਤੁਮਰੇ ਆਨਨਾ। ਅਸੀਂ ਸਾਰੇ ਚਾਹਵਾਨ ਹਾਂ, ਅਬਲਾਖਤ ਹੁੰਦਾ ਚਾਹਵਾਨ, ਇੱਛਾ ਸਾਡੀ ਤੁਸੀਂ ਆਪਣੇ ਮੁਖ ਦੇ ਵਿੱਚੋਂ ਇਸ ਅੰਮ੍ਰਿਤ ਦੀ ਪਹੁਲ ਦੀ ਮਹਿਮਾ ਦੱਸਣੀ ਕਰੋ ਜੀ। ਪਹੁਲ ਕੇ ਗੁਣ ਭੇਦ ਬਖਾਨੋ ਜਿਮ ਰਾਵਰ ਨੇ ਕਰ ਮਹਾਨੋ। ਜਿਸ ਤਰ੍ਹਾਂ ਆਪ ਜੀ ਨੇ ਇਸ ਮਹਾਨ ਖੰਡੇ ਦੀ ਪਹੁਲ ਨੂੰ ਦੇਣਾ ਕੀਤਾ ਸਿੱਖਾਂ ਨੂੰ, ਇਹਦੇ ਗੁਣਾਂ ਦੇ ਬਾਰੇ ਵੀ ਦੱਸਣਾ ਕਰੋ ਜੀ। ਭਾਵ ਸਹਿਤ ਕਲ ਕੀ ਤਰ ਸੁਨਿਓ ਕਰ ਵਿਖਿਆਤ ਭੇਦ ਸਭ ਬਨਿਓ। ਤਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਮੁਖੋਂ ਇਹ ਬਚਨ ਸੁਣਨੇ ਕੀਤੇ ਤਾਂ ਉਸ ਵੇਲੇ ਪਾਤਸ਼ਾਹ ਜੀ ਨੇ ਫਿਰ ਮਹਿਮਾ ਦੱਸਣੇ ਕੀਤੇ ਹੈ। ਮੰਤਰ ਸੋ ਜੰਤਰ ਤੰਤਰ ਹੈ ਤੀਨ ਕਾਰਜ ਕੇ ਸਿੱਧ ਕਰਤਾ ਚੀਨ। ਸਤਿਗੁਰੂ ਪਾਤਸ਼ਾਹ ਜੀ ਦੇ ਕਾਰਜ ਨੂੰ ਸਿੱਧ ਕਰਨ ਵਾਸਤੇ ਇਹ ਤਿੰਨ ਚੀਜ਼ਾਂ ਇਕੱਠੀਆਂ ਕੀਤੀਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚ ਮੰਤਰ ਜਿਹੜਾ ਹੈ ਪਰਮੇਸ਼ਰ ਦਾ ਨਾਮ ਹੋ ਗਿਆ, ਜੰਤਰ ਲੋਹੇ ਦਾ ਸਰਬਲੋਹ ਦਾ ਵਾਟਾ ਤੇ ਖੰਡਾ ਹੋ ਗਿਆ, ਤੇ ਗੁਰੂ ਪਿਆਰਿਓ ਇਹਦੇ ਵਿੱਚ ਜਿਹੜੀ ਬਾਣੀ ਪੜ੍ਹੀ ਗਈ ਜਲ ਦੇ ਉੱਪਰ, ਜਲ ਦਾ ਸੁਭਾਅ ਹੈ। ਗੁਰੂ ਪਿਆਰਿਓ ਆਵਾਜ਼ ਨੂੰ ਗ੍ਰਹਿਣ ਕਰਨਾ, ਸਾਡੀ ਆਵਾਜ਼ ਵਿੱਚ ਵੀ ਲੋਹ ਤੱਤ ਹੈ, ਵਾਟਾ ਵੀ ਲੋਹ ਦਾ ਹੈ, ਖੰਡਾ ਵੀ ਸਰਬ ਲੋਹ ਦਾ ਹੈ, ਔਰ ਪਾਣੀ ਦਾ ਸੁਭਾਅ ਵੀ ਜਿਹੜਾ ਇਹ ਆਵਾਜ਼ ਨੂੰ ਗ੍ਰਹਿਣ ਕਰਦਾ। ਇਸੇ ਕਰਕੇ ਹਰਿਮੰਦਰ ਸਾਹਿਬ ਜਿਹੜਾ ਹੈ ਸਰੋਵਰ ਦੇ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ। ਜੋ ਉੱਥੇ ਬਾਣੀ ਚੱਲਦੀ ਹੈ 24 ਘੰਟੇ, ਉਹਦੀਆਂ ਤਰੰਗਾਂ ਉਹ ਸਰੋਵਰ ਦੇ ਜਲ ਵਿੱਚ ਮਿਕਸ ਹੁੰਦੀਆਂ। ਗੁਰੂ ਪਿਆਰਿਓ ਪਾਣੀ ਗ੍ਰਹਿਣ ਕਰਦਾ ਜਲ ਨੂੰ, ਜਲ ਜਿਹੜਾ ਹੈ ਬਾਣੀ ਨੂੰ, ਆਵਾਜ਼ ਨੂੰ ਗ੍ਰਹਿਣ ਕਰਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹਨਾਂ ਤਿੰਨਾਂ ਨੂੰ ਇਕੱਤਰ ਕੀਤਾ ਗਿਆ, ਸਰਬ ਲੋਹ ਦਾ ਬਾਟਾ ਲੈ ਕੇ ਉਹਦੇ ਵਿੱਚ ਜਲ ਪੈ ਕੇ ਤੇ ਉਸ ਦੇ ਵਿੱਚ ਜਦੋਂ ਬਾਣੀ ਨੂੰ ਉਚਾਰਨਾ ਕੀਤਾ ਹੈ ਜੀ। ਸਤਨਾਮ ਮੰਤਰ ਸਿਰ ਮੋਰ ਜਿਸ ਕੇ ਸਮ ਜਗ ਮੇ ਨਹਿ ਔਰ ਉਹਦੇ ਵਿੱਚ ਗੁਰੂ ਦਾ ਮੰਤਰ ਜਿਹੜਾ ਸ਼੍ਰੋਮਣੀ ਹੈ, ਸੱਚਾ ਹੈ, ਜਿਸ ਦੇ ਬਰਾਬਰ ਕੋਈ ਹੋਰ ਮੰਤਰ ਨਹੀਂ ਜੀ। ਵਾਹਿਗੁਰੂ ਇਹ ਮੰਤਰ ਮਹਾਨਾ ਚਤਰਨ ਵਰਣ ਕੋ ਜੋੜਨ ਠਾਨਾ। ਚਾਰਾਂ ਵਰਨਾਂ ਨੂੰ ਇਕੱਠੇ ਕਰਨ ਵਾਲਾ ਇਹ ਵਾਹਿਗੁਰੂ ਮੰਤਰ ਹੈ ਜਿਹੜਾ। ਲੋਹ ਸ਼ਾਸਤਰ ਅਰ ਜਲ ਮਿਸ਼ਟਾਨ ਇਹੀ ਤੰਤਰ ਕਰਤਾ ਸਬਦਾਨਾ। ਬ੍ਰਾਹਮਣਾਂ ਨੇ ਵੀ ਜੰਤਰ ਮੰਤਰ ਤੰਤਰ ਬਣਾਏ ਹੋਣਗੇ, ਪਰ ਸਾਡਾ ਤੰਤਰ ਹੈ ਜਿਹੜਾ ਸਰਬ ਲੋਹ ਦੇ ਬਾਟੇ ਵਿੱਚ ਜਲ ਮਿੱਠਾ ਅਤੇ ਮੰਤਰ ਬਾਣੀ
ਇਹਨਾਂ ਨੂੰ ਇਕੱਤਰ ਕਰਨਾ ਹੈ। ਕਈ ਵਾਸਤੇ ਹੀ ਦੇਵਨ ਲਿਆਏ ਤਿਨ ਕੇ ਨਾਮ ਸੁਨੋ ਚਿਤ ਲਾਏ। ਔਰ ਗੁਰੂ ਪਿਆਰਿਓ, ਇਹ ਜਿਹੜਾ ਤੁਹਾਨੂੰ ਖੰਡੇ ਦੀ ਪਹੁਲ, ਅਮਰ ਦੀ ਪਹੁਲ ਦਿੱਤੀ ਹੈ, ਇਹ ਧੁਰੋਂ ਹੀ ਅਕਾਲ ਪੁਰਖ ਨੇ ਭੇਜੀ ਹੈ, ਉਸੇ ਨੇ ਬਖਸ਼ਿਸ਼ ਕੀਤੀ ਹੈ। ਜੋ ਮੈਂ ਆਪ ਜੀ ਨੂੰ ਇਹ ਖੰਡੇ ਬਾਟੇ ਦੇ ਨਾਲ ਅਮਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਰਨ ਆਪਨੇ ਕਰ ਜਲ ਆਨਾ ਇੰਦਰ ਮਹਾਬਲ ਮਿਸ਼ਟਾਨਾ। ਔਰ ਗੁਰੂ ਪਿਆਰਿਓ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਖੰਡੇ ਦੀ ਪਹੁਲ ਕਿਉਂ ਤਿਆਰ ਕੀਤੀ ਹੈ? ਕਿਉਂਕਿ ਹੁਣ ਸਮਾਂ ਆ ਗਿਆ ਸੀ। ਉਹੀ ਸ਼ਾਸਤਰ ਤੇ ਤੇਜ ਕਰਾਲਾ ਬਨੇ ਜੁਦ ਮੈਂ ਜੋਧ ਵਿਸਾਲਾ। ਸਮਾਂ ਆ ਗਿਆ ਸੀ ਜ਼ੁਲਮ ਦੇ ਖਤਮ ਕਰਨ ਦਾ। 9ਵੇਂ ਪਾਤਸ਼ਾਹ ਤੱਕ, 5ਵੇਂ ਪਾਤਸ਼ਾਹ ਤੱਕ ਬੜੀ ਸ਼ਾਂਤੀ ਨਾਲ ਪ੍ਰਚਾਰ ਹੋਇਆ ਸਿੱਖੀ ਦਾ, ਪਰ 5ਵੇਂ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਉਸ ਮੌਕੇ ਦੀ ਜ਼ਾਲਮ ਸਰਕਾਰ ਵੱਲੋਂ, ਜਹਾਂਗੀਰ ਵੱਲੋਂ, ਜਹਾਂਗੀਰ ਦੇ ਮੰਤਰੀ ਹਿੰਦੂ ਚੰਦੂ ਵੱਲੋਂ ਜਿਵੇਂ ਸ਼ਹੀਦ ਕੀਤਾ ਗਿਆ ਤਸੀਹੇ ਦੇ ਕੇ, ਤਾਂ ਹੁਣ ਲੋੜ ਸੀਗੀ ਭਿਆਨਕ ਇਸ ਜ਼ੁਲਮ ਨੂੰ ਖਤਮ ਕਰਨ ਦੀ। ਤੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਫਿਰ ਤੇਜ ਕਰਾਰਾ ਚਾਹੀਦਾ, ਤੇਜ ਪ੍ਰਤਾਪ ਚਾਹੀਦਾ। ਉਸ ਤੇਜ ਪ੍ਰਤਾਪ ਦੇ ਵਾਸਤੇ ਜਿਹੜੀ ਚਰਨ ਪੌਲ ਸੀਗੀ, ਜਿਹੜਾ ਸੱਜੇ ਪੈਰ ਦਾ ਅੰਗੂਠਾ ਧੋ ਕੇ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ, ਉਹਦੇ ਨਾਲ ਸ਼ਰਧਾ, ਨਿਮਰਤਾ, ਭਾਵਨਾ, ਗਰੀਬੀ ਆਦਿ ਇਹ ਆਉਂਦੀ ਸੀ। ਪਰ ਹੁਣ ਥੋੜ੍ਹੇ ਜੋਸ਼ ਦੀ ਲੋੜ ਸੀ, ਇਸ ਕਰਕੇ ਸਤਿਗੁਰਾਂ ਨੇ ਉਸ ਚਰਨ ਪਹੁਲ ਨੂੰ ਬਦਲ ਕਰਕੇ 2 ਧਾਰੇ ਖੰਡੇ ਦੀ ਪਹੁਲ ਤਿਆਰ ਕੀਤੀ ਹੈ। ਹੋਏ ਸ਼ਾਸਤਰ ਤੇ ਤੇਜ ਕਰਾਲਾ। ਸ਼ਾਸਤਰ ਦੇ ਨਾਲ ਜਿਹੜਾ ਹੈ ਮਨੁੱਖ ਦਾ ਪ੍ਰਤਾਪ ਵੱਧ ਜਾਂਦਾ ਹੈ। ਇੱਕ ਮਨੁੱਖ ਦੇ ਕੋਲ ਪਿਸਤੌਲ ਹੈ, 5-10 ਬੰਦੇ ਉਹਦੇ ਲਵੇ ਨਹੀਂ ਲੱਗ ਸਕਦੇ, ਇਹਦਾ ਮਤਲਬ ਉਹਦਾ ਜੋਸ਼ ਵੱਧ ਗਿਆ ਸ਼ਾਸਤਰ ਕਰਕੇ। ਇਸੇ ਤਰ੍ਹਾਂ ਹੀ ਸਿੱਖੀ ਦੇ ਵਿੱਚ ਵੀ ਹੁਣ ਤੇਜ ਪ੍ਰਤਾਪ ਦੀ ਲੋੜ ਸੀ। ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਤੇ ਐਸੀ ਕਲਾ ਵਰਤਾਈ, ਕਹਿੰਦੇ ਅਸੀਂ ਗੁਰਮਤ ਮੁਤਾਬਕ ਇਹ ਤਿੰਨੇ ਚੀਜ਼ਾਂ ਇਕੱਤਰ ਕਰ ਦਿੱਤੀਆਂ। ਜੰਤਰ ਮੰਤਰ ਤੰਤਰ ਨੂੰ ਇਕੱਤਰ ਕਰਕੇ ਇਹ ਜਿਹੜੀ ਖੰਡੇ ਦੀ ਪਹੁਲ ਤਿਆਰ ਕੀਤੀ ਹੈ, ਇਹ ਕੇਵਲ ਤੇ ਕੇਵਲ ਮਾਤਲੋਕ ਚੋਂ ਨਹੀਂ, ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੋਈ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੂਸਰੇ ਉਚਾਰਨ ਕਰਦੇ ਹੈ, ਭਾਈ ਗੁਰਦਾਸ ਦੀਆਂ ਵਾਰਾਂ ਦੀ 41ਵੀਂ ਵਾਰ ਵਿੱਚ ਪਹਿਲੇ ਭਾਈ ਗੁਰਦਾਸ ਨੇ 6ਵੇਂ ਪਾਤਸ਼ਾਹ ਤੱਕ ਬਚਨ ਲਿਖੇ ਨੇ, ਔਰ ਦੂਸਰਾ ਭਾਈ ਗੁਰਦਾਸ ਜੋ 10ਵੇਂ ਪਾਤਸ਼ਾਹ ਜੀ ਵੇਲੇ ਹੋਇਆ, ਇਹਨਾਂ ਨੇ ਉਹਨਾਂ ਦੀ ਮਹਿਮਾ ਲਿਖੀ। ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ। ਅਮਰ ਹੁੰਦਾ ਹੁਕਮ। ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ। ਸਤ ਸੰਗਤ ਮੇ ਲਾਪ ਕਰ ਪੰਜ ਦੂਤ ਸੰਘਾਰੇ। ਦੂਤ ਜ਼ਾਲਮ ਦੁਸ਼ਟ, ਸੱਚ ਨਾਲ ਵੀ ਜੁੜ ਤੇ ਦੁਸ਼ਮਣ ਦਾ ਖਾਤਮਾ ਵੀ ਕਰ। 5 ਦੂਤ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹਨ, ਇਹਨਾਂ ਨੂੰ ਸੰਘਾਰ ਨਾ ਕਰੀਏ। ਬੇਸੰਗਤ ਢੋਈ ਨਾ ਲਹਿਣ ਜੋ ਗੁਰੂ ਵਿਸਾਰੇ। ਜਿਹੜਾ ਗੁਰੂ ਨੂੰ ਵਿਸਾਰ ਕੇ ਆਸੇ-ਪਾਸੇ ਭਟਕਦਾ ਹੈ, ਉਹਨੂੰ ਕਦੇ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਸੰਗਤ ਵਿੱਚ ਢੋਈ ਨਹੀਂ ਮਿਲਦੀ। ਬੇਸੰਗਤ ਢੋਈ ਨਾ ਲਹਿਣ ਜੋ ਖਸਮ ਵਿਸਾਰੇ। ਗੁਰਮੁਖ ਮੱਥੇ ਉਜਲੇ ਸੱਚੇ ਦਰਬਾਰੇ। ਹਰ ਗੁਰੂ ਗੋਬਿੰਦ ਧਿਆਈਐ ਸੱਚ ਅੰਮ੍ਰਿਤ ਵੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਪੀਓ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਖੰਡ ਧਾਰ ਦਾ ਮਤਲਬ ਖੰਡ ਵਾਲਾ, ਮਿੱਠੇ ਵਾਲਾ ਨਹੀਂ। ਖੰਡ ਧਾਰ ਭਾਵ ਖੰਡੇ ਦੀ ਧਾਰ ਨਾਲ ਤਿਆਰ ਕੀਤਾ ਹੋਇਆ। ਕੋ ਸਤਨਾਮ ਸੀ। ਖੰਡ ਧਾਰ ਦਾ ਮਤਲਬ ਮਿੱਠੇ ਨਾਲ ਤਲਕ ਨਹੀਂ, ਖੰਡ ਧਾਰ ਦਾ ਮਤਲਬ ਖੰਡੇ ਦੀ ਤੇਜ਼ ਧਾਰ ਦੇ ਨਾਲ। ਪਾਣੀ ਦੇ ਵਿੱਚ ਖੰਡਾ ਚਲਾ ਕਰਕੇ ਜਲ ਦੇ ਵਿੱਚ, ਔਰ ਉੱਤੇ 5 ਬਾਣੀਆਂ ਪੜ੍ਹ ਕੱਢ ਕੇ ਜਿਹੜਾ ਇਹ ਤਿਆਰ ਕੀਤਾ ਅਸੀਂ ਪਹੁਲ, ਇਸ ਨੂੰ ਪੀਣਾ ਕਰ। ਤਾਂ ਗੁਰੂ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਿੱਖੋ ਹੁਣ ਸਮਾਂ ਆ ਗਿਆ ਸੀਗਾ ਇਸ ਪਹੁਲ ਨੂੰ ਬਦਲਣ ਦਾ। ਇਸ ਕਰਕੇ ਸ਼ਾਸਤਰ ਦੀ ਲੋੜ ਸੀ। ਤੇ ਸਿੱਖ ਜਿਹੜੇ ਪਹਿਲਾਂ ਨਿਹੱਥੇ ਹੁੰਦੇ ਸਨ, ਖਾਲੀ ਹੱਥ ਹੁੰਦੇ ਸਨ, ਰਸਤੇ ਵਿੱਚ ਉਹਨਾਂ ਨੂੰ ਅਨੇਕਾਂ ਤੁਰਕ ਤੇ ਅਨੇਕਾਂ ਹੀ ਦੁਸ਼ਟ ਹਿੰਦੂ ਜਿਹੜੇ ਸਨ ਦੁੱਖ ਦਿੰਦੇ ਸਨ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੁਰੂ ਪਾਲਸਾ ਪੰਥ ਲੜਕਣ ਲੱਗ ਪਿਆ ਸੀਗਾ। ਉਹ ਰਸਤੇ ਵਿੱਚ ਸੰਗਤਾਂ ਨੂੰ ਦੁੱਖ ਦਿੰਦੇ ਸਨ, ਲੁੱਟ ਲੈਂਦੇ ਸਨ।
ਜਿਵੇਂ ਛੇਵੇਂ ਪਾਤਸ਼ਾਹ ਜੀ ਵੇਲੇ ਘੋੜੇ ਖੋਹ ਲਏ, ਇੱਕ ਸਿੱਖ ਦੇ ਕੋਲੋਂ ਘੋੜੀ ਖੋਹ ਲਈ, ਇੱਕ ਸੰਗਤਾਂ ਦੇ ਕੋਲੋਂ ਦੁਸ਼ਾਲੇ ਖੋਹ ਲਏ, ਤੇ ਫਿਰ ਉਹਨਾਂ ਨੂੰ ਵਾਪਸ ਲਿਆਉਣਾ ਗੁਰੂ ਦਾ ਕੰਮ ਸੀ। ਤੇ ਗੁਰੂ ਨੇ ਭਾਈ ਬਿਧੀ ਚੰਦ ਰਾਹੀਂ ਉਹ ਸਾਰੇ ਕਾਰਜ ਕਰਵਾਏ, ਪਰ ਨਾਲ ਹੀ ਸੰਗਤਾਂ ਨੂੰ ਲਾਭਬੰਦ ਵੀ ਕੀਤਾ, ਜਥੇਬੰਦ ਵੀ ਕੀਤਾ ਤੇ ਸ਼ਸਤਰਧਾਰੀ ਹੋਣ ਦਾ ਹੁਕਮ ਵੀ ਦਿੱਤਾ। ਪਰ ਉਹ ਪੱਕਾ ਜਿਹਾ ਹੁਕਮ ਨਹੀਂ ਸੀਗਾ, ਕੋਈ ਮੰਨਦਾ ਸੀ, ਕੋਈ ਨਹੀਂ ਮੰਨਦਾ ਸੀਗਾ। ਤੇ 10ਵੇਂ ਪਾਤਸ਼ਾਹ ਜੀ ਨੇ ਸਿੱਖ ਦੇ ਬੱਚੇ ਬੱਚੇ ਨੂੰ ਸ਼ਸਤਰਧਾਰੀ ਕਰਨ ਦੇ ਲਈ ਐਸੀ ਕਲਾ ਵਰਤਾਈ ਹੈ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਾਰਿਆਂ ਦੇ ਸਾਹਮਣੇ ਸਿੱਖਾਂ ਦੇ ਸੀਸ ਕੱਟ ਕੇ ਉਹਨਾਂ ਦੇ ਮੁਖ ਵਿੱਚੋਂ ਅੰਮ੍ਰਿਤ ਦੀ ਦਾਤ ਪਾ ਕਰਕੇ ਉਹਨਾਂ ਨੂੰ ਸਰਜੀਤ ਕਰਕੇ ਵਿਖਾ ਦਿੱਤਾ ਕਿ ਇਸ ਅੰਮ੍ਰਿਤ ਵਿੱਚ ਕਿੰਨੀ ਪਾਵਰ ਹੈ, ਕਿੰਨੀ ਤਾਕਤ ਹੈ। ਤਾਂ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਿੱਖੋ ਹੁਣ ਸਮਾਂ ਆ ਗਿਆ ਸੀਗਾ ਜ਼ੁਲਮ ਨੂੰ ਖਤਮ ਕਰਨ ਦੇ ਲਈ, ਤੇਜ ਪ੍ਰਤਾਪ ਨੂੰ ਪ੍ਰਗਟ ਕਰਨ ਦਾ, ਜੋਸ਼ ਨੂੰ ਪ੍ਰਤਾਪ ਨੂੰ ਪ੍ਰਗਟ ਕਰਨ ਦਾ। ਬਣੇ ਯੁੱਧ ਮਹਿ ਜੋਧ ਵਿਸਾਲਾ, ਆਪਣੇ ਸਿੱਖਾਂ ਨੂੰ ਯੋਧੇ ਬਣਾਉਣ ਦਾ, ਸੂਰਮੇ ਬਣਾਉਣ ਦਾ। ਪੂਰਬ ਪਾਹਲ ਚਰਨਨ ਕੇਰੀ, ਹੋਏ ਸੇਵਾ ਕੀ ਪ੍ਰੀਤ ਬਡੇਰੀ। ਪਹਿਲਾਂ ਜਿਹੜੀ ਪਾਹਲ ਚੱਲਦੀ ਸੀ, ਚਰਨ ਪਾਹਲ, ਉਹਦੇ ਵਿੱਚ ਸੇਵਾ ਸੀ, ਬਹੁਤ ਜ਼ਿਆਦਾ ਨਿਮਰਤਾ ਸੀ, ਪ੍ਰੇਮ ਸੀ, ਇਹ 'ਚ ਕੋਈ ਸ਼ੱਕ ਨਹੀਂ। ਆਪ ਗੁਰ ਇੱਛਾ ਰਣ ਰਿਪ ਖਾਪ, ਖੰਡਾ ਧਾਰ ਸੋ ਪਾਹਲ ਛਾਪ। ਤੇ ਹੁਣ ਸਿੱਖੋ ਜਿਹੜਾ ਹੈ ਜੰਗ ਦੇ ਮੈਦਾਨ ਵਿੱਚ ਅਸੀਂ ਜਿਹੜਾ ਹੈ ਉਸ ਪਰਿਪੂਰਨ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿਹੜਾ ਅਸੀਂ ਇਹ ਪਾਹਲ ਖੰਡੇ ਦੀ ਤਿਆਰ ਕੀਤੀ ਹੈ, ਇਸ ਦੇ ਨਾਲ ਦੁਸ਼ਮਣਾਂ ਦਾ ਖਾਤਮਾ ਕਰਨਾ ਹੈ। ਅਸੀਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਬਾਣੀ ਨੂੰ ਪੜ੍ਹ ਕੇ ਸ਼੍ਰੀ ਦੇਵੀ ਕੋ ਧਰਮੋ ਧਿਆਨ, ਉਸ ਪਰਮੇਸ਼ਰ ਦਾ ਧਿਆਨ ਧਰ ਕੇ, ਅਕਾਲ ਪੁਰਖ ਦਾ ਧਿਆਨ ਧਰ ਕੇ, ਕਿਉਂਕਿ ਪਾਤਸ਼ਾਹ ਜੀ ਦਾ ਬਚਨ ਹੈ ਕਰਤ ਤਪੱਸਿਆ ਜਬ ਹਮ ਭਇਓ, ਦਵੈ ਤੇ ਏਕ ਰੂਪ ਹੋਏ ਗਏਓ। ਦੋ ਤੋਂ ਇੱਕ ਹੋ ਗਏ ਕਿਹਦੇ ਨਾਲ? ਮਹਾਕਾਲ, ਕਾਲ ਕਾ, ਕਾਲ ਦਾ ਮਹਾਕਾਲ ਜਿਹੜਾ ਪਰਮੇਸ਼ਰ ਹੈ ਉਹਦੇ ਨਾਲ ਅਸੀਂ ਇੱਕਮਿਕ ਹੋ ਗਏ। ਮਹਾਕਾਲ ਕਾਲ ਕਾ ਅਰਾਧੀ, ਤੈ ਹਮ ਅਦਕ ਤਪੱਸਿਆ ਸਾਧੀ, ਕਰਤ ਤਪੱਸਿਆ ਜਬ ਹਮ ਭਇਓ, ਦਵੈ ਤੇ ਏਕ ਰੂਪ ਹੋਏ ਗਏਓ। ਤੇ ਫਿਰ ਅਸੀਂ ਦੋ ਤੋਂ ਇੱਕ ਹੋ ਗਏ ਸੀ। ਚੇਤਨਾ ਭਇਓ ਹਮਰੋ ਆਵਨ ਕਹੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਇਸ ਕਰਕੇ ਉੱਥੋਂ ਆਉਣ ਨੂੰ ਜੀ ਨਹੀਂ ਸੀ ਕਰਦਾ। ਉਹ ਸ਼੍ਰੀ ਦੇਵੀ ਉਸ ਮਹਾਨ ਸ਼ਕਤੀ ਦੇ ਨਾਲ, ਪਰਮੇਸ਼ਰ ਨਾਲ ਇੱਕਮਿਕ ਹੋ ਕੇ ਸਵਈਏ ਦਸੋ ਪ੍ਰੇਮ ਨਿਰਵਾਣ, ਜੋ ਦਸਮ ਗ੍ਰੰਥ ਦੀ ਬਾਣੀ ਹੈ, ਜਾਪ ਸਾਹਿਬ ਸਵਈਏ, ਜਪਜੀ ਜਾਪ ਸਵਈਏ, ਚੌਪੀ ਤੇ ਆਨੰਦ ਸਾਹਿਬ ਦੀ ਬਾਣੀ, ਇਹ 5 ਬਾਣੀਆਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਦੇ ਵਿੱਚ ਜਾਪ ਸਾਹਿਬ ਅਤੇ ਸਵਈਏ, ਜਿਨ੍ਹਾਂ ਨੂੰ ਅਸੀਂ ਅੰਮ੍ਰਿਤ ਸਵਈਏ ਕਹਿੰਦੇ ਹਾਂ, ਇਹ ਪੜ੍ਹ ਕਰਕੇ ਸਤਿਗੁਰ ਨੇ ਇੱਕ ਮੋਹਰ ਲਾਈ ਹੈ। ਪਾਠ ਆਨੰਦ ਜੀ ਸ਼ਾਂਤ ਸੁਚੇਤ, ਜਪ ਜੀ ਪੜੋ ਸੋ ਮੁਕਤੀ ਹੇਤ। ਔਰ ਜਿਹੜਾ ਆਨੰਦ, ਇਹ ਆਨੰਦ ਦੇਣ ਵਾਸਤੇ ਹੈ, ਜਪਜੀ ਸਾਹਿਬ ਮੁਕਤੀ ਕਰਨ ਵਾਸਤੇ ਹੈ, ਜਾਪ ਸਾਹਿਬ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਹੈ, ਤੇ ਚੌਪਈ ਪਰਮੇਸ਼ਰ ਦੇ ਅੱਗੇ ਹੀ ਸਿੱਖ ਨੇ ਬੇਨਤੀ ਕਰਨੀ ਆ। ਚੌਪੀ ਇਹ ਕਹਿੰਦੀ ਆ, ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ, ਚਿੱਤ ਕੀ ਇੱਛਾ। ਸਿੱਖ ਨੇ ਕਿਸੇ ਹੋਰ ਦੇ ਅੱਗੇ ਜਾ ਕੇ ਮੱਥਾ ਨਹੀਂ ਟੇਕਣਾ। ਚੌਪੀ ਇਹ ਕਹਿੰਦੀ ਹੈ ਕਿ ਇੱਕ ਦੇ ਅੱਗੇ ਝੁਕ ਨਾ ਕਰ, ਉਹਦੇ ਅੱਗੇ ਹੀ ਅਰਦਾਸ ਕਰ। ਆਨੰਦ ਸਾਹਿਬ ਆਨੰਦ ਦੀ ਬਾਣੀ ਹੈ। ਇਸ ਤਰ੍ਹਾਂ ਜਪਜੀ ਸਾਹਿਬ ਜਿਹੜਾ ਹੈ ਬ੍ਰਹਮ ਗਿਆਨ ਦੀ ਬਾਣੀ ਹੈ। ਸਿੱਖੋ ਇਹ ਬਾਣੀ ਪੜ੍ਹ ਕਰਕੇ। ਹੋਏ ਪਾਹਲ ਤੇ ਚਾਰ ਪਦਾਰਥ, ਨਰ ਤਨ ਸਿੱਖ ਕੋ ਬਨੇ ਸਕਾਰਥ। ਔਰ ਇਸ ਤਰ੍ਹਾਂ ਇਹ 5 ਬਾਣੀਆਂ ਪੜ੍ਹ ਕਰਕੇ ਜਿਹੜੀ ਹੈ ਖੰਡੇ ਬਾਟੇ ਦੀ ਪਹੁਲ ਤਿਆਰ ਹੋਈ। ਤੇ ਅੱਜ ਇਹ ਮਨੁੱਖਾ ਨਰ ਜਿਹੜਾ ਹੈ ਦੇਵਤਾ ਹੋ ਗਿਆ। ਇਹ ਮਨੁੱਖਾ ਸਰੀਰ ਜਿਹੜਾ ਹੈ ਮਾਨੋ ਧੰਨ ਸੋ ਮੇਰਾ ਉਹ ਸਤਿਗੁਰੂ ਹੈ। ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। 1 ਮਿੰਟ ਲਾਇਆ ਗੁਰੂ ਨੇ। ਉਹ 5 ਪਿਆਰੇ ਜਿਨ੍ਹਾਂ ਨੂੰ ਕਿਸੇ ਵੇਲੇ ਅਖੌਤੀ ਧਰਮ ਦੇ ਮੁਖੀ ਸ਼ੂਦਰ ਕਹਿੰਦੇ ਸੀਗੇ, ਨੀਚ ਕਹਿੰਦੇ ਸੀ,
ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਵਿੱਚੋਂ ਹੀ ਪੰਜਾਂ ਨੂੰ ਚੁਣ ਕੇ ਔਰ ਪੰਜਾਂ ਨੂੰ ਜਦੋਂ ਇਹ ਖੰਡੇ ਦੀ ਪਹੁਲ ਛਕਾ ਕੇ ਸੰਗਤ ਦੇ ਸਾਹਮਣੇ ਖੜੇ ਕੀਤਾ ਤੇ ਅੱਜ ਉਹ ਪੰਜ ਪਿਆਰੇ ਪੂਜਨ ਯੋਗ ਸਤਕਾਰ ਯੋਗ ਹੋ ਗਏ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਜਿਨੇ ਮਨੁੱਖ ਤੋਂ ਦੇਵਤੇ ਬਣਾ ਦਿੱਤੇ। ਕੱਟ ਨ ਲਾਗੀ ਵਾਰ, ਜੇ 100 ਚੰਦਾ ਉਗਵੈ, ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਿੱਖੋ, ਇਹ ਪਹੁਲ ਜੋ ਅਮਰ ਦੀ ਦਾਤ ਤੁਹਾਨੂੰ ਦਿੱਤੀ ਹੈ, 4 ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੈ, ਉਹ 4 ਪਦਾਰਥ ਗੁਰੂ ਦੇ ਕੋਲੋਂ ਪ੍ਰਾਪਤ ਕਰੇਗਾ। ਨਾਲੇ ਨਰਤਨ ਸਿੱਖ ਕੋ ਬਣੇ ਸਖਾਰਥ, ਇਹ ਸਿੱਖ ਦਾ ਮਨੁੱਖਾ ਜੀਵਨ ਸਫਲਾ ਹੋਵੇਗਾ। ਭਾਗੀ ਕੋ ਪ੍ਰਾਪਤ ਹੋਏ, ਲੇਕਰ ਫਿਰੇ ਨਾ ਅਗ ਸਭ ਕੋਏ। ਔਰ ਇਹ ਜਿਹੜੀ ਹੈ ਪਹੁਲ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਣੀ ਹੈ, ਜਣੇ ਖਣੇ ਨੂੰ ਨਹੀਂ। ਤੇ ਜਿਨ੍ਹਾਂ ਨੂੰ ਇਹ ਪਹੁਲ ਪ੍ਰਾਪਤ ਹੋ ਗਈ, ਉਹਨਾਂ ਦੇ ਪਾਪਾਂ ਦਾ ਖਾਤਮਾ ਹੋ ਜਾਣਾ ਹੈ ਜੀ। ਗੁਜਰੀ ਮਾਤ ਪੁੱਛੇ ਇੱਕ ਬਾਰੀ, ਤਬ ਹਮਨੇ ਵਿਦ ਸਕਲ ਉਚਾਰੀ। ਔਰ ਮਾਤਾ ਗੁਜਰੀ ਜੀ ਨੇ ਵੀ ਇਸ ਵਿਸ਼ੇ ਤੇ ਪੁੱਛਿਆ ਸੀ, ਅਸੀਂ ਉਹਨਾਂ ਨੂੰ ਵੀ ਇਹੀ ਦੱਸਣਾ ਕੀਤਾ ਸੀ। ਸੁਣ ਸਿੱਖਨ ਕਰ ਜੋਰ ਬਖਾਨੀ, ਅਪਰ ਭੇਦ ਭਨੇ ਗੁਰਖਾਨੀ। ਤਾਂ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਸਿੱਖ ਮਹਾਰਾਜ ਜੀ ਦੱਸਣਾ ਕਰੋ। ਪਹੁਲ ਵਿਖੇ ਸ਼ਕਤ ਹੈ ਗੁਰ ਕੀ, ਕਹਿ ਜਗ ਮਾਤ ਚੰਡਕਾ ਤੁਰ ਕੀ। ਮਹਾਰਾਜ ਇਹਦੇ ਵਿੱਚ ਆਪ ਜੀ ਨੇ ਕੈਸੀ ਸ਼ਕਤੀ ਭਰੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਸ ਵੇਲੇ ਵਿਚਾਰਾਂ ਦਸੀਆਂ, ਉਹਨਾਂ ਵਿਚਾਰਾਂ ਨੂੰ ਭਾਈ ਗੁਰਦਾਸ ਜੋ ਦੂਸਰੇ ਹੋਏ, ਉਹਨਾਂ ਨੇ ਬਾਰ ਦੇ ਵਿੱਚ ਫਿਰ ਇਹ ਬਚਨ ਦੱਸਣੇ ਕੀਤੇ ਕਿ ਸਤਿਗੁਰੂ ਮਹਾਰਾਜ ਜੀ ਨੇ ਇਹਦੇ ਵਿੱਚ ਕੀ ਕੀ ਸ਼ਕਤੀਆਂ ਭਰੀਆਂ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ 10ਵਾਂ ਅਵਤਾਰਾ, ਜਿਨ ਅਲਖ ਅਪਾਏ ਨਿਰੰਜਨਾ, ਜਪਿਓ ਕਰਤਾਰਾ, ਨਿਜ ਪੰਥ ਚਲਾਇਓ ਖਾਲਸਾ, ਧਰ ਤੇਜ ਕਰਾਰਾ। ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪ੍ਰਗਟ ਹੋਏ ਦੁਨੀਆ ਦੇ ਵਿੱਚ, ਤਾਂ ਉਹਨਾਂ ਨੇ ਕੀ ਕੀਤਾ। ਸੁਨ ਸ੍ਰੀ ਮੁਕਤੇ ਸਤਿਗੁਰ ਬਨੇ, ਕਰਨ ਪ੍ਰਸਾਦ ਖੁਸ਼ੀ ਹੀ ਬਨੇ। ਔਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਵਾਸਤੇ ਫਿਰ ਦੱਸਣ ਲੱਗੇ ਹਨ। ਵਹਜ ਬਾਰਤਾ ਬਨੇ ਨਾ ਕਹਿਨੀ, ਭਲੀ ਹੋਤੈ 26 ਰਹਿਨੀ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੈਸੇ ਇਹ ਗੁੱਝੇ ਭੇਦ ਹੈ, ਤਾਂ ਇਹਨਾਂ ਗੁੱਝੇ ਭੇਦਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕੀ ਦੱਸਣਾ ਕਰਦੇ ਹਨ। ਜਿਨ ਅਲਖ ਅਪਰ ਨਿਰੰਜਨਾ, ਜਪਿਓ ਕਰਤਾਰਾ, ਧੰਨ ਗੁਰੂ ਗੋਬਿੰਦ ਸਿੰਘ ਖਾਲਸਾ ਤੇਜ ਕਰਾਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਅਲਖ ਅਪਾਰ ਨਿਰੰਜਨ ਪਰਮੇਸ਼ਰ ਨੂੰ ਸਿਮਰਨਾ ਕੀਤਾ, ਫਿਰ ਉਹਨਾਂ ਨੇ ਇੱਕ ਨਵਾਂ ਪੰਥ ਚਲਾਇਆ ਜਿਹਨੂੰ ਅਸੀਂ ਖਾਲਸਾ ਪੰਥ ਕਹਿੰਦੇ ਆ, ਜਿਹੜਾ ਪਹਿਲਾਂ ਸਿੱਖੀ ਦੇ ਰੂਪ ਦੇ ਵਿੱਚ ਸੀਗਾ। ਫਿਰ ਪਾਤਸ਼ਾਹ ਜੀ ਨੇ ਉਹਦੇ ਅੰਦਰ ਪ੍ਰਤਾਪ ਭਰਨਾ ਕੀਤਾ ਹੈ। ਸਿਰ ਕੇਸ ਧਰਗ ਗਏ, ਖੜਗ ਕੋ ਸਭ ਦੁਸ਼ਟ ਪਛਾਰਾ। ਔਰ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਹ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਸਾਡਾ ਸਿੱਖ ਜਿਹੜਾ ਕੇਸ ਦਾੜਾ ਬਿਲਕੁਲ ਨਹੀਂ ਕੱਟੇਗਾ। ਸਿਰ ਜਤ ਕੇ ਕੱਛ ਪਹਿਰ, ਪਕੜੋ ਹਥਿਆਰਾ। ਔਰ ਜਤ ਸਤ ਰੱਖੋ, ਨਿਮਰਤਾ ਰੱਖੋ, ਸ਼ੀਲਤਾ ਰੱਖੋ। ਕਸ਼ਹਿਰਾ ਪਹਿਲੋਂ ਅੱਜ ਤੋਂ ਇਹ ਮੇਰੀ ਨਿਸ਼ਾਨੀ ਹੈ। ਸੱਚ ਫਤਿਹ ਬੁਲਾਏ ਗੁਰੂ ਕੀ, ਜੀਤਿਓ ਰਨ ਭਾਰਾ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਵੱਡੇ ਵੱਡੇ ਜੰਗਾਂ ਨੂੰ ਵੀ ਆਪਾਂ ਜਿੱਤ ਸਕਦੇ ਹਾਂ। ਸਭ ਦੈਤ ਅਰਨ ਕੇ ਘੇਰ ਕਰ, ਕੀਚੇ ਪ੍ਰਹਾਰਾ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਦੈਂਤਾਂ ਨੂੰ, ਦੁਸ਼ਮਣਾਂ ਨੂੰ ਘੇਰ ਕੇ ਐਸੇ ਇਹਨਾਂ ਦੇ ਉੱਤੇ ਪ੍ਰਹਾਰ ਕਰੋ, ਹਮਲਾ ਕਰੋ। ਤਬ ਸਹਿਜੇ ਪ੍ਰਗਟਿਓ ਜਗਤ ਮੈਂ, ਗੁਰ ਜਾਪ ਅਪਾਰਾ। ਤਾਂ ਗੁਰੂ ਪਿਆਰਿਓ, ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿਹੜਾ ਖਾਲਸਾ ਪ੍ਰਗਟ ਕੀਤਾ, ਜੋ ਸਹਿਜੇ ਹੀ ਖਾਲਸਾ ਪੰਥ ਪ੍ਰਗਟ ਹੋਇਆ। ਐਉ ਉਪਜੇ ਸਿੰਘ ਪਗੰਜੀਏ, ਨਲ ਅੰਬਰ ਤਾਰਾ। ਤੋ ਇਉਂ ਭੁਜੰਗੀਏ ਸਿੰਘ, ਭੁਜੰਗੀਏ ਨੀਲੇ ਕੱਪੜੇ ਵਾਲੇ, ਭਾਵ ਨੀਲੇ ਚੋਲੇ ਵਾਲਾ ਖਾਲਸਾ ਪੰਥ ਪ੍ਰਗਟ ਹੋਇਆ।
ਨੀਲੇ ਬਸਤਰ ਧਾਰ ਕੇ। तुर्क दुष्ट सब छह किए हर नाम उचारा। ਜਿਸ ਨੇ ਮੁਗਲਾਂ ਦਾ ਜ਼ੁਲਮ ਦਾ ਦੁਸ਼ਟਾਂ ਦਾ ਖਾਸਮਾ ਕੀਤਾ ਹੈ। तिन आगे कोई ना ठहरियो भागे सिरदारा। ਜਿਨ੍ਹਾਂ ਦੇ ਜਰਨੈਲ ਵੀ ਖਾਲਸਾ ਪੰਥ ਤੋਂ ਡਰਦੇ ਹੋਏ ਭੱਜ ਲਏ, ਅਹਿਮਦ ਸ਼ਾਹ ਅਬਦਾਲੀ ਵਰਗੇ ਤੇ ਹੋਰ ਵੱਡੇ ਵੱਡੇ ਜਿਨ੍ਹਾਂ ਨੇ ਕਈ ਵਾਰੀ ਦੇਸ਼ ਭਾਰਤ ਉੱਤੇ ਹਮਲੇ ਕੀਤੇ ਸਨ। जय राजे शाह अमीरड़िए होए सब छारा। ਵੱਡੇ ਵੱਡੇ ਰਾਜੇ ਅਮੀਰ ਚੌਧਰੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ, ਖਾਲਸਾ ਪੰਥ ਨੇ ਇਸ ਖੰਡੇ ਦੀ ਪਹੁਲ ਦਾ ਕਿਰਪਾ ਲੈ ਕੇ ਮਿੱਟੀ ਵਿੱਚ ਮਿਲਾ ਦਿੱਤੇ। फिर सुनकर ऐसी धमक को कापे गिर पारा। ਔਰ ਖਾਲਸੇ ਦੀ ਧਮਕ ਜੋ ਜਦੋਂ ਨਗਾਰਾ ਰਣਜੀਤ ਨਗਾਰਾ ਵੱਜਦਾ ਸੀਗਾ ਤੇ ਸਾਰਾ ਜਿਹੜਾ ਹੈ ਦੇਸ਼ ਕੰਬ ਜਾਂਦਾ ਸੀ। तब सब धरती हलचल पई छाटे कर बारा। ਪਹਾੜੀ ਇਲਾਕਾ ਕੰਬਣ ਲੱਗ ਜਾਂਦਾ ਜਦੋਂ ਨਗਾਰੇ ਤੇ ਚੋਟ ਲਾ ਕੇ ਨਿਕਲਦੇ ਸਨ। ਸਾਰੀ ਧਰਤੀ ਤੇ ਹਲਚਲ ਪੈ ਗਈ ਜਿਸ ਵੇਲੇ ਖੰਡੇ ਦੀ ਪਹੁਲ ਪ੍ਰਗਟ ਹੋਈ। और ऐसे धुंध कलेश में खपियो संसारा। ਇਉਂ ਇਹ ਸੰਸਾਰ ਜਿਹੜਾ ਹੈ ਦੁੱਖਾਂ ਕਲੇਸ਼ਾਂ ਦੇ ਵਿੱਚ ਖਤਮ ਹੋ ਗਿਆ ਜਿਨ੍ਹਾਂ ਨੇ ਜ਼ੁਲਮ ਕੀਤਾ ਹੋਇਆ ਸੀ। तह बिन सतगुर कोई है नहीं पै काटन हारा। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਤੋਂ ਬਗੈਰ ਇਹ ਭਾਰਤ ਵਰਸ਼ ਦੇ ਲੋਕਾਂ ਦੇ ਭੈ ਨੂੰ ਖਤਮ ਕਰਨ ਵਾਲਾ ਕੌਣ ਸੀ। यह ऐसे खड़ग दिखाइए को सके न झेला। ਇਸ ਖਾਲਸਾ ਪੰਥ ਨੇ, ਇਸ ਖੰਡੇ ਦੀ ਪਹੁਲ ਨੇ ਸਿੱਖ ਦੇ ਵਿੱਚ ਐਸੀ ਪਾਵਰ ਭਰ ਦਿੱਤੀ। ਪਾਤਸ਼ਾਹ ਅਮਰ ਦੀ ਮਹਿਮਾ ਦੱਸਦੇ ਐ, ਕਹਿੰਦੇ ਇਸ ਖੰਡੇ ਦੀ ਪਹੁਲ ਨੇ ਐਸੀ ਪਾਵਰ ਭਰ ਦਿੱਤੀ ਕਿ ਇੱਕ ਇੱਕ ਸਿੱਖ ਜਿਹੜਾ ਹੈ ਸਵਾ ਲੱਖ ਨਾਲ ਟਾਕਰਾ ਕਰਨ ਨੂੰ ਤਿਆਰ ਹੋ ਗਿਆ। वाह वाह गोबिंद सिंह आपे गुर चेला। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਕਿ ਸੰਸਾਰ ਦੇ ਵਿੱਚ ਇਹ ਖੰਡੇ ਦੀ ਪਹੁਲ ਦੇ ਨਾਲ ਸੰਸਾਰ ਦੇ ਵਿੱਚ ਐਸਾ ਬਦਲਾਅ ਆਇਆ ਕਿ ਸੰਸਾਰ ਦੇ ਲੋਕ ਲੋਕ ਜ਼ਾਲਮ ਜਿਹੜੇ ਸਨ ਉਹ ਥਰ ਥਰ ਕੰਬਣ ਲੱਗੇ। कौन सिख श्रद्धालु आए सतगुर को बूझे जिस पाए। ਜਿਸ ਤਰ੍ਹਾਂ ਸਿੱਖ ਸੰਗਤਾਂ ਨੇ ਪੁੱਛਿਆ ਸੀ ਪਹੁਲ ਬਾਰੇ, ਸਤਿਗੁਰਾਂ ਨੇ ਇਹਦੇ ਬਾਰੇ ਜਿੰਨਾ ਕੁ ਲੋੜ ਸਮਝੀ ਦੱਸਣਾ ਕੀਤਾ ਹੈ। इसको कहन सदा बन आवे जो सिख सतगुर के मन पावे। ਇਸ ਤਰ੍ਹਾਂ ਜਿਹੜੇ ਸ਼ਰਧਾਲੂ ਸਿੱਖ ਸਤਿਗੁਰਾਂ ਨੂੰ ਪ੍ਰਸ਼ਨ ਪੁੱਛਦੇ ਆ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਤੇ ਕਿਰਪਾ ਕਰਕੇ ਦੱਸਣਾ ਕਰਦੇ ਹਨ। संगत सुनो सिख मम आहो गुर कर विखे एकता लहो। ਇਹ ਜਿਹੜੀ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ ਹੈ ਮੈਂ ਤੁਹਾਨੂੰ ਇਕੱਤਰ ਕਰਨ ਵਾਸਤੇ ਕੀਤੀ ਹੈ। ਜਿਸ ਤਰ੍ਹਾਂ ਬ੍ਰਾਹਮਣ ਨੇ ਸੰਸਾਰ ਨੂੰ ਪਾੜ ਦਿੱਤਾ ਸੀਗਾ, ਖੱਤਰੀ ਬ੍ਰਾਹਮਣ ਸ਼ੂਦ ਵੈਸ ਬਣਾ ਕਰਕੇ ਪਾੜੋ ਤੇ ਰਾਜ ਕਰੋ ਵਾਲਾ ਇਹਨਾਂ ਨੇ ਢੰਗ ਫੜਿਆ ਹੋਇਆ ਸੀਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਕੀਤਾ, ਦੁਬਾਰਾ ਫਿਰ ਖੰਡੇ ਦੀ ਪਹੁਲ ਤਿਆਰ ਕਰਕੇ ਸਾਰਿਆਂ ਨੂੰ ਇਕੱਠੇ ਬਿਠਾ ਕਰਕੇ ਜਦ ਅੰਮ੍ਰਿਤ ਛਕਾਇਆ, ਪਹਿਲਾਂ ਅੰਮ੍ਰਿਤ ਚੂਲੀਆਂ ਨਾਲ ਛਕਾਇਆ ਜਾਂਦਾ ਹੈ, ਫਿਰ ਬਚੇ ਹੋਏ ਬਾਟੇ ਵਿੱਚ ਜਿਹੜਾ ਬਚਿਆ ਹੋਇਆ ਅੰਮ੍ਰਿਤ ਰਹਿ ਜਾਂਦਾ ਹੈ ਉਹ ਲੈਣ ਲਾ ਕੇ ਸਾਰਿਆਂ ਨੂੰ ਵਾਰੀ ਮੂੰਹ ਨਾਲ ਬਾਟਾ ਲਵਾ ਕੇ ਪਿਲਾਇਆ ਜਾਂਦਾ ਹੈ। ਫਿਰ ਇਧਰੋਂ ਉਧਰ ਨੂੰ ਉਧਰੋਂ ਇਧਰ ਨੂੰ, ਕੋਈ ਇਹ ਨਾ ਕਹੇ ਕਿ ਮੈਂ ਵੱਡਾ ਹਾਂ ਤੇ ਇਹ ਛੋਟਾ ਰਹਿ ਗਿਆ। ਕੋ ਸਤਨਾਮ। ਸਤਿਗੁਰੂ ਪਾਤਸ਼ਾਹ ਜੀ ਨੇ ਨੀਚ ਊਚਤਾ ਸਾਰੀ ਖਤਮ ਕਰ ਦਿੱਤੀ। ਪਾਤਸ਼ਾਹ ਜੀ ਕਹਿੰਦੇ ਸੁਣੋ ਸਿੱਖ ਮਮ ਆਹੋ, ਓ ਮੇਰੇ ਸਿੱਖੋ ਸੁਣੋ, ਗੁਰ ਘਰ ਵਿਖੇ ਏਕਤਾ ਲਹੋ। ਅੱਜ ਤੋਂ ਬਾਅਦ ਕੋਈ ਨੀਚ ਨਹੀਂ ਤੇ ਕੋਈ ਇੱਥੇ ਬ੍ਰਾਹਮਣ ਨਹੀਂ, ਸਾਰੇ ਬਰਾਬਰ ਹਨ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਖੰਡੇ ਦੀ ਪਹੁਲ ਦੀ ਮਹਿਮਾ ਹੈ ਕਿ ਮੈਂ ਉਹਨਾਂ ਪਾਟੇ ਹੋਏ ਲੋਕਾਂ ਨੂੰ ਫਿਰ ਇਕੱਤਰ ਕੀਤਾ ਹੈ। ਜੋ ਸੱਤਵੇਂ ਪਾਤਸ਼ਾਹ ਜੀ ਨੇ ਕਿਹਾ ਸੀਗਾ ਸਿੱਖੀ ਦਾ ਬੇੜਾ ਪਾਟ ਗਿਆ ਹੈ, ਸਿੱਖੀ ਦਾ ਜਹਾਜ਼ ਫਟ ਗਿਆ ਹੈ, ਉਹ ਸਿੱਖੀ ਦਾ ਫਟਿਆ ਹੋਇਆ ਜਹਾਜ਼ 10ਵੇਂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ ਫਿਰ ਇਕੱਤਰ ਕੀਤਾ। ਤਾਂ ਅੱਜ ਤੋਂ ਬਾਅਦ ਸਾਰੇ ਸਿੰਘ ਹੋ ਜੋ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਂਦਾ ਹੈ। ਭਾਵੇਂ ਕਿ ਅਸੀਂ ਹੁਣ ਚੱਲਣ ਬਣਾ ਲਿਆ ਕਿ ਜੋ ਪੰਜਾਬ ਦਾ ਬੱਚਾ ਹੈ ਕਿਸੇ ਦੇ ਘਰੇ ਪੈਦਾ ਹੋਇਆ ਉਹ ਆਪਣੇ ਨਾਮ ਦੇ ਨਾਲ ਸਿੰਘ ਲਾ ਲੈਂਦਾ ਹੈ, ਪਰ ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਸਿੰਘ ਸ਼ਬਦ ਉਦੋਂ ਲੱਗਣਾ ਚਾਹੀਦਾ ਹੈ ਜਦੋਂ ਮਨੁੱਖ ਆਪਣੇ ਟੀਚੇ ਨੂੰ ਪੂਰਨ ਕਰ ਲਵੇ, ਜਦੋਂ ਟੀਚਾ ਪ੍ਰਾਪਤ ਕਰ ਲਵੇ। ਤਾਂ ਸਿੰਘ ਸ਼ਬਦ ਤੇ ਕੌਰ ਸ਼ਬਦ ਸਾਨੂੰ ਉਦੋਂ ਦਿੱਤਾ ਸੀਗਾ ਜਦੋਂ ਖੰਡੇ ਬਾਟੇ ਦੀ ਪਹੁਲ ਬਖਸ਼ਿਸ਼ ਕੀਤੀ ਸੀ
ਤੇ ਜੇ ਸਿੰਘ ਕਹਾਉਣੇ ਹੋ ਤੇ ਫਿਰ ਖੰਡੇ ਬਾਟੇ ਦੀ ਪਹੁਲ ਲੈ ਕੇ ਆਪਣੇ ਨਾਮ ਨੂੰ ਸਫਲਾ ਕਰੋ। ਗੁਰੂ ਕਿਰਪਾ ਕਰਨ ਇਸ ਤਰ੍ਹਾਂ ਸਿੱਖੋ ਤੁਸੀਂ ਗੁਰੂ ਘਰ ਵਿੱਚ ਏਕਤਾ ਨਾਲ ਰਹਿਣਾ ਕਰੋ। ਭੂਲ ਭੇਦ ਕੋ ਭਰਮ ਨ ਕੀਜੈ, ਕਬੂ ਨ ਇਸ ਪਰ ਤਰਕ ਕਰੀਜੈ। ਔਰ ਕਦੇ ਵੀ ਤੁਸੀਂ ਜਿਹੜਾ ਹੈ ਖੰਡੇ ਦੀ ਪਹੁਲ ਤੇ ਤਰਕ ਨਹੀਂ ਕਰਨਾ, ਕਿਸੇ ਨੇ ਭਰਮ ਨਹੀਂ ਕਰਨਾ, ਕਿਸੇ ਨੇ ਕਿਸੇ ਦੀ ਜਾਤ ਪਾਤ ਨਹੀਂ ਪਰਖਣੀ। ਇਹ ਜਾਤਾਂ ਪਾਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਰ ਕਰਕੇ ਹਮੇਸ਼ਾ ਹਮੇਸ਼ਾ ਲਈ ਸਾਨੂੰ ਉਸ ਇੱਕ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ ਜੀ। ਦੋਹਰਾ ਰਾਮ ਕੋਇਰ ਲਿਖਵਾਵੇ, ਸਤਿਗੁਰ ਕੋ ਇਤਿਹਾਸ ਕਹੇ ਲਿਖਾਰੀ ਲਿਖਵਾਬ, ਗੁਰ ਕੀ ਬਾਤ ਪ੍ਰਕਾਸ਼। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਰਾਮ ਕੋਇਰ ਜੀ ਇਹ ਸਾਰੀ ਕਥਾ ਲਿਖਵਾ ਰਹੇ ਹਨ ਅਤੇ ਗੁਰੂ ਪਿਆਰਿਓ ਲਿਖਾਰੀ ਲਿਖ ਰਹੇ ਨੇ। ਇਹ ਇਤਿਹਾਸ ਸਾਰਾ ਗੁਰੂ ਦੇ ਵਾਕ ਜੋ ਭਾਈ ਰਾਮ ਕੌਰ ਜੀ ਤੇ ਕਿਰਪਾ ਹੋਈ ਉਹਨਾਂ ਨੇ ਲਿਖਾਉਣਾ ਕੀਤਾ। ਦੋਹਰਾ ਦਵੈ ਸ਼ਕਤੀ ਇੱਕ ਹੀ ਲਖੋ, ਸਿਰਜਿਓ ਪੰਥ ਵਿਸਾਲ, ਇਸ ਪਹੁਲ ਕੇ ਭੇਦ ਕੋ ਭਾਖਿਓ ਸਿੱਖਨ ਨਾਲ। ਤੋ ਇਸ ਤਰ੍ਹਾਂ ਪਹੁਲ ਦਾ ਭੇਦ ਭਾਵ ਖੰਡੇ ਵਾਟੇ ਦੀ ਜੋ ਪਹੁਲ ਤਿਆਰ ਕੀਤੀ ਇਹਦੇ ਬਾਰੇ ਦੱਸਣਾ ਕੀਤਾ। ਕਹਿੰਦੇ ਦਵੈ ਸ਼ਕਤੀ, ਗੁਰੂ ਤੇ ਪਰਮੇਸ਼ਰ ਨੂੰ ਇੱਕ ਜਾਣੋ। ਦਵੈ ਸ਼ਕਤੀ, ਪੰਜ ਪਿਆਰਿਆਂ ਨੇ ਜੋ ਖੰਡੇ ਵਾਟੇ ਦੀ ਪਹੁਲ ਤਿਆਰ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੋਨੇ ਮਿਲ ਕੇ ਇੱਕ ਸ਼ਕਤੀ ਹੋ ਜਾਂਦੀ ਹੈ। ਭਰਮ ਨਹੀਂ ਕਰਨਾ ਕਿਸੇ ਨੇ। ਇੱਕ ਜਾਣੋ ਇਹ ਜੋ ਖਾਲਸਾ ਪੰਥ ਮੈਂ ਪ੍ਰਗਟ ਕੀਤਾ ਹੈ, ਇਮ ਪਹੁਲ ਕੇ ਭੇਦ ਕੋ ਭਾਖਿਓ ਸਿੱਖਣ ਨਾਲ। ਇਸ ਤਰ੍ਹਾਂ ਸਤਿਗੁਰਾਂ ਨੇ ਖੰਡੇ ਵਾਟੇ ਦੀ ਪਹੁਲ ਦੀ ਬੇਅੰਤ ਮਹਿਮਾ ਦੱਸਣੀ ਕੀਤੀ, ਜਿਸ ਮਹਿਮਾ ਨੂੰ ਦੂਸਰੇ ਭਾਈ ਗੁਰਦਾਸ ਜੀ ਨੇ ਆਪਣੀ 41ਵੀਂ ਵਾਰ ਵਿੱਚ ਦੇਣਾ ਕੀਤਾ, ਲਿਖਾਉਣਾ ਕੀਤਾ, ਬਖਸ਼ਿਸ਼ ਕੀਤੀ। ਦੋਹਰਾ ਰਾਮ ਕੋਇਰ ਲਿਖਵਾਵੇ, ਸਤਿਗੁਰ ਕੋ ਇਤਿਹਾਸ। ਇਸ ਤਰ੍ਹਾਂ ਰਾਮ ਕੋਇਰ ਜੀ ਜਿਹੜੇ ਹਨ ਉਹ ਸਤਿਗੁਰਾਂ ਦਾ ਇਤਿਹਾਸ ਲਿਖਵਾ ਰਹੇ ਆ। ਪਿੱਛੇ ਆਪ ਜੀ ਨੇ ਸਰਵਣ ਕੀਤਾ ਸੀ ਨਾ, ਜਦੋਂ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਸਿੱਖ ਸੰਗਤਾਂ ਦੇ ਅੰਦਰ ਇੱਕ ਦਿਨ ਖਿਆਲ ਆਇਆ ਬਈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਲਿਖਿਆ ਹੋਇਆ ਸਾਡੇ ਕੋਲ ਔਰ ਭਾਈ ਬਾਲਾ ਜੀ ਨੇ ਲਿਖਵਾਇਆ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾ ਕਰਕੇ, ਮੋਖਾ ਪੈੜਾ ਨਾਮ ਦੇ ਲਿਖਾਰੀ ਨੇ ਲਿਖਿਆ ਜਿਹਨੂੰ ਜਨਮ ਸਾਖੀ ਭਾਈ ਬਾਲੇ ਵਾਲੀ ਅਸੀਂ ਕਹਿੰਦੇ ਹਾਂ। ਪਰ ਦੂਜੇ ਪਾਤਸ਼ਾਹ ਤੋਂ ਲੈ ਕੇ ਅਗਲਾ ਇਤਿਹਾਸ ਸਾਡੇ ਕੋਲ ਨਹੀਂ ਹੈਗਾ। ਉਹਨੂੰ ਸਾਰਾ ਇਤਿਹਾਸ ਰਹਿੰਦੇ 9 ਗੁਰੂਆਂ ਦਾ ਕਿਵੇਂ ਲਿਖਿਆ ਜਾਵੇ। ਸਿਆਣੇ ਸਿੱਖ ਸੰਗਤਾਂ ਨੇ ਬੈਠ ਕਰਕੇ ਵਿਚਾਰ ਵਟਾਂਦਰਾ ਕੀਤਾ ਤਾਂ ਸਾਰੇ ਕਹਿਣ ਲੱਗੇ ਵੀ ਹੁਣ ਕੌਣ ਲਿਖਾਊਗਾ, ਉਹਨਾਂ ਸਮਿਆਂ ਦਾ ਕੋਈ ਸਿੱਖ ਹੀ ਹੈ ਨਹੀਂਗਾ, ਕਿਉਂਕਿ ਲਗਭਗ 239 ਸਾਲ 10 ਗੁਰੂਆਂ ਦੇ ਸਮਾਂ ਬਤੀਤ ਹੋਇਆ ਹੈ। ਤੇ ਜੇ ਆਪਾਂ ਚਲੋ 7ਵੇਂ ਪਾਤਸ਼ਾਹ ਤੋਂ ਬਾਅਦ ਦਾ ਸਮਾਂ ਦੇਖ ਲਈਏ, ਕੋਈ ਦੱਸ ਦੇਵੇ, ਪਰ ਦੂਜੇ ਪਾਤਸ਼ਾਹ ਤੋਂ ਲੈ ਕੇ ਕੌਣ ਦੱਸੇਗਾ। ਤਾਂ ਗੁਰੂ ਪਿਆਰਿਓ ਉਹਨਾਂ ਸਮਿਆਂ ਦੇ ਵਿੱਚ ਬੈਠੇ ਇੱਕ ਸਿੱਖ ਨੇ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਬਾਬੇ ਬੁੱਢੇ ਕਿਆਂ ਨੂੰ। ਬਾਬੇ ਨਾਨਕ ਨੇ ਬਚਨ ਕੀਤਾ ਸੀ ਬਾਬਾ ਬੁੱਢਾ ਜੀ ਨੂੰ ਇੱਕ ਦਿਨ, ਬਈ ਮੈਂ ਸੰਸਾਰ ਤੋਂ ਭਾਵੇਂ ਓਹਲੇ ਹੋ ਜਾਵਾਂ ਪਰ ਬੁੱਢਿਆ ਤੇ ਇੱਥੋਂ ਓਹਲੇ ਨਹੀਂ ਹੋਵਾਂਗਾ। ਤੇ ਇਹ ਬਚਨ ਉਹਨਾਂ ਦੀ ਵੰਸ਼ ਵਿੱਚ ਚੱਲਦਾ ਹੈ। ਇਸ ਵੇਲੇ ਉਹਨਾਂ ਦੀ ਅੰਸ਼ ਵੰਸ਼ ਦੇ ਜਿਹੜੇ ਜਿਨ੍ਹਾਂ ਨੇ ਗੁਰਤਾ ਗੱਦੀ ਦਾ ਤਿਲਕ ਵੀ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਰਾਮ ਕੋਇਰ ਜੀ ਜਿਹੜੇ ਉਦੋਂ 2 ਸਾਲ ਦੇ ਸਨ, ਉਹਨਾਂ ਦੇ ਅੰਗੂਠੇ ਨਾਲ ਤਿਲਕ ਲਾਇਆ ਗਿਆ ਸੀਗਾ। ਉਹ ਰੀਤ ਪੂਰੀ ਕੀਤੀ ਗਈ ਸੀ। ਅੱਜ ਉਹ ਰਾਮ ਕੋਇਰ ਜੀ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣ ਚੁੱਕੇ ਹਨ। ਉਸ ਵੇਲੇ ਰਾਮ ਕੋਇਰ ਜੀ ਸੀਗੇ ਤੇ ਇਹਨਾਂ ਕੋਲ ਜਾ ਕੇ ਸੰਗਤਾਂ ਨੇ ਬੇਨਤੀ ਕੀਤੀ ਬਈ ਤੁਸੀਂ ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਗੁਰੂਆਂ ਦਾ ਇਤਿਹਾਸ ਲਿਖਾਉਣਾ ਕਰੋ। ਤਾਂ ਰਾਮ ਕੋਇਰ ਜੀ ਕਹਿਣ ਲੱਗੇ, ਭਾਈ ਮੈਂ ਤਾਂ ਉਦੋਂ ਜੰਮਿਆ ਵੀ ਨਹੀਂ ਸੀਗਾ, ਮੈਂ ਕਿਵੇਂ ਲਿਖਾ ਸਕਦਾ। ਸਿੱਖ ਸੰਗਤਾਂ ਨੇ ਕਿਹਾ ਕਿ ਬਾਬੇ ਨਾਨਕ ਜੀ ਦੀ ਬਖਸ਼ਿਸ਼ ਹੈ ਕਿ ਤੁਸੀਂ ਅਗਰ ਲਿਖਾਉਣ ਲੱਗ ਜਾਓ ਤੇ ਤੁਹਾਨੂੰ ਆਟੋਮੈਟਿਕਲੀ ਸਾਰਾ ਇਤਿਹਾਸ ਯਾਦ ਆ ਜਾਵੇਗਾ, ਗੁਰੂ ਕਿਰਪਾ ਕਰਨਗੇ। ਸੰਗਤ ਦੀ ਬੇਨਤੀ ਮੰਨ ਕੇ ਅਰਦਾਸਾਂ ਕਰਕੇ ਲੱਗ ਪਏ ਤੇ ਰਾਮ ਕੋਇਰ ਜੀ ਨੂੰ ਸਾਰਾ ਇਤਿਹਾਸ ਇਉਂ ਔੜਨ ਲੱਗ ਪਿਆ ਜਿਵੇਂ ਕਿਸੇ ਨੇ ਤਲੀ ਤੇ ਔਲਾ ਰੱਖਿਆ ਹੋਵੇ। ਭਾਵ ਰਾਮ ਕੋਇਰ ਜੀ ਨੇ ਇਤਿਹਾਸ ਲਿਖਾਉਣਾ ਸ਼ੁਰੂ ਕੀਤਾ, ਸਾਰਾ ਇਤਿਹਾਸ ਲਿਖਾਇਆ। ਲਿਖਾਰੀ ਲਿਖਦੇ ਜਾ ਰਹੇ ਹਨ
ਜੋ ਗੁਰੂ ਕੇ ਬਚਨ ਕੀਤੇ ਹਨ। कहे लिखारी लिखो अब गुर के बात प्रकाश। ਰਾਮ ਕੋਇਲ ਜੀ ਲਿਖਾਰੀ ਨੂੰ ਕਹਿੰਦੇ ਆਓ ਲਓ ਅਗਲੇ ਬਚਨ ਲਿਖਣੇ ਕਰੋ ਜੀ। श्री गुरमुख ते सुनियो जेमा सो मैं लिखवाओ। ਕਹਿਣ ਲੱਗੇ ਜਿਵੇਂ ਮੈਂ ਗੁਰੂ ਤੋਂ ਸੁਣਿਆ ਹੈ ਉਵੇਂ ਆਪ ਜੀ ਨੂੰ ਲਿਖਾਉਣਾ ਕਰਦਾ ਹਾਂ। अकथ कहानी गुरु की कछ भेद न पाओ। ਗੁਰੂ ਦੀ ਕਹਾਣੀ ਅਕਥ ਹੈ, ਪਰੇ ਤੋਂ ਪਰੇ ਹੈ, ਗੁਰੂ ਦਾ ਭੇਤ ਕੋਈ ਨਹੀਂ ਪਾ ਸਕਦਾ। ये सब कथा सुनाई कर उठ सतगुर चाले। ਇਹ ਜਿਹੜੀ ਕਥਾ ਪਿੱਛੇ ਆਪਾਂ ਸਰਵਣ ਕੀਤੀ ਖੰਡੇ ਦੇ ਬਾਰੇ, ਖੰਡੇ ਦੀ ਪਹੁਲ ਬਾਰੇ, ਅੰਮ੍ਰਿਤ ਬਾਰੇ, ਇਹ ਸਾਰੀ ਕਥਾ ਸੁਣਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਦੀ ਸਮਾਪਤੀ ਕੀਤੀ ਤੇ ਮਹਿਲਾਂ ਵੱਲ ਚਲੇ ਗਏ ਜੀ। मंदिर ऊंचे पर चढ़े मैं पीछे नाले। ਤੋ ਰਾਮ ਕੋਇਲ ਜੀ ਕਹਿੰਦੇ ਮੈਂ ਵੀ ਨਾਲ ਸੀ, ਸਤਿਗੁਰਾਂ ਦੇ ਮਗਰ ਸੀਗਾ। ਉਹ ਆਪਣੇ ਘਰ ਮਹਿਲਾਂ ਵਿੱਚ ਜਾ ਕੇ ਛੱਤ ਉੱਪਰ ਚੜ ਗਏ ਜੀ। फिर है कर थल रुचर पर कर खुशी विसाला। ਉੱਚੀ ਥਾਂ ਤੇ ਖੜ ਗਏ ਔਰ ਬੜੇ ਖੁਸ਼ ਸਨ ਉਸ ਵੇਲੇ। क्या बुढ़िया बुढ़ा होवे बह रहे चिरकाला। ਕਹਿਣ ਲੱਗੇ ਉਸ ਵੇਲੇ ਜਿਵੇਂ ਬਾਬਾ ਬੁੱਢਾ ਜੀ ਨੂੰ ਬਚਨ ਕੀਤੇ ਸੀ ਨਾ, ਉਸੇ ਤਰ੍ਹਾਂ ਮੇਰੇ ਤੇ ਵੀ ਖੁਸ਼ੀ ਕਰਕੇ ਕਹਿਣ ਲੱਗੇ ਤੂੰ ਵੀ ਬੁੱਢਾ ਹੋਵੇਂਗਾ, ਲੰਮੇ ਸਮੇਂ ਤੱਕ ਰਹੇਗਾ। तेरो घर जब पार है वह हमरो सो उरारा। ਔਰ ਤੇਰਾ ਤੇ ਮੇਰਾ ਇੱਕੋ ਹੀ ਘਰ ਹੈ। ਜੇ ਤੂੰ ਪਰਲੇ ਕਿਨਾਰੇ ਤੇ ਆ, ਮੈਂ ਇਧਰਲੇ ਕਿਨਾਰੇ ਤੇ ਹਾਂ। ਭਾਵ ਤੇਰਾ ਘਰ ਮੇਰਾ ਘਰ, ਆਪਾਂ ਦੋਨੇ ਇਕੱਠੇ ਹੀ ਰਹਾਂਗੇ। ਇਉਂ ਉੱਚੇ ਮਹਿਲਾਂ ਤੇ ਚੜ ਕੇ ਮੈਂ ਪਿੱਛੇ ਪਿੱਛੇ ਚਲਿਆ ਗਿਆ। ਰਾਮ ਕੌਰ ਜੀ 10ਵੇਂ ਪਾਤਸ਼ਾਹ ਜੀ ਤੋਂ ਹੀ ਇਹਨਾਂ ਨੇ ਅੰਮ੍ਰਿਤ ਛਕਿਆ। ਉਹਨਾਂ ਨੂੰ ਤਿਲਕ ਦੇਣ ਵੇਲੇ 2 ਸਾਲ ਦੇ ਸਨ। ਉਸ ਤੋਂ ਬਾਅਦ ਅੱਗੇ ਚਲੇ ਗਏ ਹੋਣਗੇ, ਵੱਡੀ ਉਮਰ ਦੇ ਵਿੱਚ ਆ ਗਏ। ਤਾਂ ਉਹ ਸਾਰੀ ਆਪਣੀ ਪਿਛੋਕੜ ਦੱਸਦੇ ਐ ਕਿ ਜਿਵੇਂ ਮੈਂ ਗੁਰੂ ਸਾਹਿਬ ਦੇ ਕੋਲੋਂ ਸੁਣਿਆ ਸੀ ਉਵੇਂ ਲਿਖਾਉਣਾ ਕਰਦਾ ਹਾਂ। ਸਤਿਗੁਰੂ ਪਾਤਸ਼ਾਹ ਮੈਨੂੰ ਕਹਿਣ ਲੱਗੇ ਬੁੱਢਿਆ ਤੂੰ ਵੀ ਬੁੱਢਾ ਹੋ, ਵੱਡੀ ਲੰਮੀ ਉਮਰ ਹੋਵੇ ਤੇਰੀ। तेरो होई उरार जब हमरो तब पारा। ਜੇ ਤੇਰਾ ਘਰ ਪਰਲੇ ਪਾਸੇ ਹੈ ਤੇ ਮੈਂ ਅੱਜ ਉਰਲੇ ਪਾਸੇ ਹੋਵਾਂਗਾ। ਜਦ ਮੈਂ ਪਰਲੇ ਪਾਸੇ ਹੋਵਾਂਗਾ ਤੇ ਤੂੰ ਉਰਲੇ ਪਾਸੇ ਹੋਵੇਂਗਾ। 3 बार इम बाक कर अवलोक्यो नाथा। ਭਾਵ ਅੱਜ ਮੈਂ ਇੱਥੇ ਹਾਂ ਤੇ ਤੂੰ ਉੱਥੇ ਹੈ। ਕੱਲ ਨੂੰ ਮੈਂ ਇੱਥੋਂ ਸੰਸਾਰ ਨੂੰ ਛੱਡ ਜਾਵਾਂਗਾ, ਤਿਆਗ ਜਾਵਾਂਗਾ ਤੇ ਤੂੰ ਲੋਕ ਵਿੱਚ ਰਹੇਗਾ। प्राण कटारी करद एक बक्सी निज हाथा। ਇਸ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕਰਦਿਆਂ ਹੋਇਆਂ ਮੇਰੇ ਤੇ ਬਖਸ਼ਿਸ਼ ਕੀਤੀ। ਇੱਕ ਢਾਲ ਕਰਦ ਭਾਵ ਛੋਟੀ ਸ੍ਰੀ ਸਾਹਿਬ, ਸ੍ਰੀ ਸਾਹਿਬ ਨੂੰ ਕਿਰਪਾਨ ਨੂੰ ਕਰਦ ਵੀ ਕਹਿੰਦੇ ਸੀ। ਕਿਰਪਾਨ ਢਾਲ ਅਤੇ ਇੱਕ ਜਿਹੜਾ ਹੈ ਸਤਿਗੁਰਾਂ ਨੇ ਮੈਨੂੰ ਕਟਾਰ ਦਿੱਤੀ ਹੈ। कर पग पंकज बंदना आयो निज डेरे। ਸਤਿਗੁਰਾਂ ਦੀਆਂ ਇਹ ਬਖਸ਼ਿਸ਼ ਕੀਤੀਆਂ ਦਾਤਾਂ ਲੈ ਕਰਕੇ ਮੈਂ ਆਪਣੇ ਤੰਬੂ ਵਿੱਚ, ਆਪਣੇ ਡੇਰੇ ਵਿੱਚ ਆ ਗਿਆ। सोपच बिताई जामनी पुन उठा सवेरे। ਔਰ ਰਾਤ ਪੈ ਗਈ ਸੀ, ਆਰਾਮ ਕੀਤਾ। ਸਤਿਗੁਰੂ ਵੀ ਕਰਦੇ ਆ, ਮੈਂ ਵੀ ਆਰਾਮ ਕਰਕੇ ਜਦ ਅੰਮ੍ਰਿਤ ਵੇਲੇ ਉੱਠਿਆ ਜੀ। सोच स्नाने ठान के मैं दर्शन हिता। ਔਰ ਮੈਂ ਇਸ਼ਨਾਨ ਆਦि ਕੀਤਾ ਹੈ ਤੇ ਸਤਿਗੁਰਾਂ ਦੇ ਦਰਸ਼ਨਾਂ ਲਈ ਚੱਲ ਪਿਆ। देव जब देखे नहीं तै कृपान कीता। ਜਦੋਂ ਮੈਂ ਸਤਿਗੁਰਾਂ ਦੇ ਮਹਿਲਾਂ ਵਿੱਚ ਗਿਆ ਦਰਸ਼ਨਾਂ ਦੇ ਲਈ ਤੇ ਸਤਿਗੁਰੂ ਮੈਨੂੰ ਨਾ ਦਿਸੇ ਜੀ। सुनियो गए सिरता निकट मैं तिते प्याना। ਔਰ ਉੱਥੋਂ ਮੈਂ ਸੁਣਿਆ ਕਿ ਸਤਲੁਜ ਵੱਲ ਗਏ ਹਨ ਤੇ ਮੈਂ ਉਧਰ ਨੂੰ ਚਲਿਆ ਗਿਆ। दौरे आवत सिख तहा तिन संग बखाना। ਔਰ ਉਧਰੋਂ ਸਿੱਖ ਭੱਜੇ ਆਉਂਦੇ ਸਨ। ਮੈਂ ਉਹਨਾਂ ਨੂੰ ਪੁੱਛਿਆ कित सतगुर इस समय में तुम क्यों अस्ताए। ਬਈ ਮਹਾਰਾਜ ਕਿੱਥੇ ਹਨ ਤੇ ਤੁਸੀਂ ਕਿਵੇਂ ਭੱਜੇ ਜਾ ਰਹੇ ਹੋ? इस कारज के हित कर एतक उतलाए। ਕੀ ਗੱਲ ਹੋ ਗਈ ਇੰਨੀ ਭੱਜ ਦੌੜ ਵਿੱਚ ਜਾ ਰਹੇ ਹੋ? ਮੈਨੂੰ ਦੱਸਣਾ ਕਰੋ। कहो सबन प्रभ आजित कछ फिरो सुभाओ। ਉਹ ਕਹਿਣ ਲੱਗੇ ਯਾਰ ਅੱਜ ਪਤਾ ਨਹੀਂ ਗੁਰੂ ਸਾਹਿਬ ਦਾ ਸੁਭਾਅ ਬਦਲਿਆ ਹੋਇਆ ਹੈ। ईत टेम पाहन हते नह करत बचाओ। ਅੱਜ ਪਤਾ ਨਹੀਂ ਕੀ ਗੱਲ ਹੈ, ਜਿਹੜਾ ਸਿੱਖ ਨੇੜੇ ਜਾਂਦਾ ਉਹਦੇ ਵੱਲ ਡਲੇ ਮਾਰਦੇ ਨਾ, ਔਰ ਜਿੱਥੇ ਮਰਜੀ ਵੱਜੇ ਬਚਾ ਕੇ ਵੀ ਨਹੀਂ ਮਾਰਦੇ। सुनत
ਸਾਇਲ ਮੈਂ ਗਿਓ ਗੁਰ ਦਰਸ਼ਨ ਕੀਨੇ। ਮੈਂ ਭੱਜ ਕੇ ਗੁਰੂ ਸਾਹਿਬ ਦੇ ਵੱਲ ਗਿਆ ਦਰਸ਼ਨਾਂ ਦੇ ਲਈ। ਚਮਰਦਾਰ ਇੱਕ ਸਿੱਖ ਨਿਕਟ ਤਟ ਨਦੀ ਅਸੀਨੇ। ਤਾਂ ਮੈਂ ਕੀ ਦੇਖਦਾ ਕਿ ਗੁਰੂ ਸਾਹਿਬ ਨਦੀ ਦੇ ਕਿਨਾਰੇ, ਦਰਿਆ ਦੇ ਕਿਨਾਰੇ ਬੈਠੇ ਨਾ, ਬਸ ਕੋਲੇ ਇੱਕ ਚੌਰ ਸਾਹਿਬ ਕਰਨ ਵਾਲਾ ਸਿੱਖ ਹੈ। ਆਪਰ ਨਿਕਟ ਕੋ ਨਹਿ ਰਹਿਓ ਪਿਕ ਮਾਰ ਪਲਾਏ। ਬਾਕੀ ਸਾਰੇ ਡਲੇ ਮਾਰ ਮਾਰ ਕੇ ਭਜਾ ਦਿੱਤੇ। ਪਾਤਸ਼ਾਹ ਇਕੱਲੇ ਹੀ ਨਦੀ ਦੇ ਕਿਨਾਰੇ ਬੈਠੇ ਆ, ਇੱਕ ਚੌਰ ਸਾਹਿਬ ਵਾਲਾ ਸਿੱਖ ਬੈਠਾ ਹੈ। ਜਾਏ ਕਰੀ ਮੈਂ ਬੰਦਨਾ ਪਦ ਸੀਸ ਨਿਵਾਏ। ਔਰ ਮੈਂ ਜਾ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ। ਸੰਗਤ ਸਿੱਖ ਸਮੀਪ ਨਹਿ ਮੁਖ ਬਾਕ ਉਚਾਰਾ। ਔਰ ਜਦ ਮੈਂ ਵੇਖਿਆ ਨਾ ਕੋਲੇ ਸੰਗਤ ਹੈ ਨਾ ਹੋਰ ਸਿੱਖ ਸੰਗਤ ਹੈ, ਤਾਂ ਗੁਰੂ ਜੀ ਨੇ ਬਚਨ ਕੀਤਾ, ਨਾ ਸੋਇਆ ਨ ਜਾਗਿਆ ਨ ਕਰੀ ਪੁਕਾਰਾ। ਔਰ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਬਚਨ, ਨਾ ਸੁੱਤਾ ਨਾ ਜਾਗਿਆ ਨਾ ਕਰੀ ਪੁਕਾਰਾ। ਇਸੇ ਤੌਰ ਮੈਂ ਦਿਨ ਸਕਲ ਜਬ ਦਿਓ ਬਤਾਏ। ਅੱਜ ਦਾ ਸਾਰਾ ਦਿਨ ਇਸੇ ਤਰ੍ਹਾਂ ਹੀ ਬਤੀਤ ਹੋ ਗਿਆ। ਸਤਿਗੁਰਾਂ ਦੇ ਇਹਨਾਂ ਬਚਨਾਂ ਵਿੱਚ ਵੀ ਗੁੱਝਾ ਭੇਦ ਆ, ਕੋਈ ਰਮਜ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਤੀਜੇ ਦਿਨ ਗੁਰੂ ਪਿਆਰਿਓ ਨਦੀ ਚੋਂ ਬਾਹਰ ਆਏ ਨਾ, ਤੇ ਬਾਹਰ ਆ ਕੇ ਪਹਿਲਾਂ ਮੋਦੀ ਖਾਨੇ ਤੇ ਗਏ, ਉਹਦੇ ਗੇਟ ਛਪਾਟ ਖੋਲਤੇ, ਲੋਕਾਂ ਨੂੰ ਕਹਿੰਦੇ ਲੁੱਟ ਲਓ ਆਪੇ, ਅੱਜ ਮੈਂ ਹੱਥੀ ਨਹੀਂ ਵੇਚਣਾ, ਆਪੇ ਚੱਕ ਲਓ ਜੋ ਚਾਹੀਦਾ। ਦੌਲਤ ਖਾਨ ਨੇ ਬੰਦਿਆਂ ਨੇ ਆ ਕੇ ਗੇਟ ਬੰਦ ਕਰਤਾ। ਫਿਰ ਸ਼ਮਸ਼ਾਨ ਘਾਟ ਜਾ ਬੈਠੇ, ਉੱਥੇ ਬੈਠ ਕੇ ਕਹਿਣ ਲੱਗੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਮੁਸਲਮਾਨਾਂ ਨੇ ਇਸ ਗੱਲ ਤੇ ਤਰਕ ਕੀਤਾ ਵੀ ਇਹ ਕੀ ਮਤਲਬ ਹੋਇਆ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਹ ਕਾਜੀ ਨੂੰ ਪੁੱਛਣ ਵਾਸਤੇ ਭੇਜਿਆ ਵੀ ਤੁਸੀਂ ਐਦਾਂ ਕਿਉਂ ਕਹਿੰਦੇ ਹੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਇਸ ਕਰਕੇ ਕਹਿਣਾ ਕਿ ਨਾ ਹਿੰਦੂ ਆਪਣੇ ਮਰਜ਼ਾਦਾ ਤੇ ਰਹਿਤ ਮਰਜ਼ਾਦਾ ਤੇ ਖੜਾ ਹੈ, ਤੇ ਨਾ ਹੀ ਮੁਸਲਮਾਨ ਆਪਣੀ ਮਰਜ਼ਾਦਾ ਵਿੱਚ ਹੈ। ਕੋ ਸਤਨਾਮ, ਕੋਈ ਆਪਣੇ ਧਰਮ ਤੇ ਨਹੀਂ ਖੜਾ। ਇਸ ਕਰਕੇ ਨਾ ਕੋਈ ਹਿੰਦੂ ਨਾ ਕੋ ਮੁਸਲਮਾਨ। ਖੱਤਰੀਆਂ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸਭ ਰਲ ਗੁੱਡ ਹੋ ਚੁੱਕੇ ਹਨ। ਕਿਸੇ ਨੂੰ ਆਪਣੇ ਧਰਮ ਦੇ ਬਾਰੇ ਗਿਆਨ ਨਹੀਂ ਹੈ। ਅੱਜ ਬਾਬਾ ਜੀ ਕਹਿ ਰਹੇ ਨੇ, ਨਾ ਸੁੱਤਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ। ਇसी ਤੌਰ ਮੈਂ ਦਿਨ ਸਕਲ ਜਬ ਦਿਓ ਬਤਾਈ। ਸਾਰਾ ਦਿਨ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਰਹੇ ਜੀ। ਦਿਨ ਕਰ ਪਹੁੰਚਿਓ ਬਰਨ ਦਿਸ਼ ਸੰਧਿਆ ਤਮ ਛਾਈ। ਸ਼ਾਮਾਂ ਪੈ ਗਈਆਂ ਤੇ ਦਿਨ ਜਿਹੜਾ ਹੈ ਛਿਪਣ ਲੱਗਿਆ ਹੈ। ਜਿਹੜਾ ਸੂਰਜ ਹੈ ਉਹ ਛਿਪ ਦੇ ਵਿੱਚ ਚਲਿਆ ਗਿਆ ਹੈ। ਇੱਕ ਸੁਨਾਕ ਸਿੰਘ ਪੈ ਬਿਨਾ ਡਿਗ ਰਹਿਓ ਥਿਰਕੈ। ਹੁਸ਼ਨਿਆਕ ਸਿੰਘ, ਇਹ ਚੌਰ ਸਾਹਿਬ ਕਰਨ ਵਾਲਾ ਸਿੱਖ ਹੈ ਸ਼ਾਇਦ। ਹੁਸ਼ਨਾਕ ਸਿੰਘ ਇਹ ਡਰਦਾ ਨਹੀਂ, ਇਹ ਸਾਰਾ ਦਿਨ ਸਤਿਗੁਰਾਂ ਦੇ ਕੋਲ ਰਿਹਾ ਹੈ ਜੀ। ਪੁੱਤ ਸਰੰਦੀ ਧੀਰ ਉਰ ਨਹਿ ਗਿਓ ਭਲੇਕੈ। ਇਸ ਤਰ੍ਹਾਂ ਇਹ ਸਰਹੰਦੀ ਸਿੱਖ ਹੈ, ਸਰਹੰਦ ਦਾ ਰਹਿਣ ਵਾਲਾ। ਹਿਰਦੇ ਵਿੱਚ ਧੀਰਜ ਹੈ, ਇਹ ਨਹੀਂ ਭੱਜਿਆ ਕੱਲਾ। ਸੰਭਾਲ ਬੋਲਿਓ ਹੋਸ਼ ਤਰ ਜਿਮ ਪ੍ਰਥਮ ਸੁਭਾਓ। ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਕਹਿਣ ਲੱਗੇ, ਹੋਸ਼ ਰੱਖ ਜਿਵੇਂ ਤੇਰਾ ਪਹਿਲਾ ਵਾਲਾ ਸੁਭਾਅ ਹੈ। ਚਮਰਦਾਰ ਤਿਤ ਚੀਨ ਕੈ ਬੂਜਨ ਚਿਤ ਚਾਓ। ਔਰ ਚੌਰ ਬਰਦਾਰ ਨੇ ਇਹ ਸਿੱਖ ਨੇ ਪੁੱਛਣਾ ਕੀਤਾ, ਮਹਾਰਾਜ ਸੱਚ ਗਿਣਤੀ ਬਿਨਤੀ ਕਰੀ ਪ੍ਰਭ ਬਚਨ ਸੁਣਾਓ। ਕਹਿਣ ਲੱਗਿਆ, ਮਹਾਰਾਜ ਕੋਈ ਬਚਨ ਸੁਣਾਓ। ਇਹ ਭਾਣਾ ਕਿਸ ਰੀਤ ਕਰ ਦਾਸਨ ਬਤਲਾਓ। ਅੱਜ ਤੁਸੀਂ ਇਹ ਤੜਕੇ ਦੇ ਕੀ ਕਰ ਰਹੇ ਹੋ, ਸਾਨੂੰ ਇਸ ਬਾਰੇ ਸਮਝ ਨਹੀਂ ਆ ਰਹੀ। ਸਿੱਖ ਸੰਗਤਾਂ ਵਾਸਤੇ ਦੱਸਣਾ ਕਰੋ ਜੀ। ਤਨ ਮਨ ਧਨ ਅਰਪੋ ਤਿਸੇ ਮੇਲੇ ਗੁਰ ਮੋਹੀ। ਕਹਿਣ ਲੱਗਿਆ, ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ, ਆਪਣੇ ਸੇਵਕਾਂ ਵਾਸਤੇ ਦਾਸਾਂ ਵਾਸਤੇ ਮੈਂ ਤਨ ਮਨ ਧਨ ਕਰਕੇ ਤੁਹਾਨੂੰ ਅਰਪਣ ਕਰਦਾ ਹਾਂ। ਸੋ ਤੋ ਗੁਰ ਪ੍ਰਾਪਤ ਪਏ ਸਗਰੀ ਵਿਦ ਹੋਹੀ। ਕਹਿਣ ਲੱਗੇ, ਤੁਸੀਂ ਮੈਨੂੰ ਗੁਰੂ ਮਿਲ ਗਏ ਹੋ। ਗੁਰੂ ਜੀ ਸਾਰੀਆਂ ਵਿਧੀਆਂ ਸਮਝੋ ਪੂਰੀਆਂ ਹੋ ਗਈਆਂ, ਪਰ ਅੱਜ ਕੀ ਕਾਰਨ ਹੈ ਮੈਨੂੰ ਦੱਸਣਾ ਕਰੋ। ਅਬ ਬਣ ਜਾਰੇ ਸਿੱਖ ਹੈ ਨਿਸਮਤ ਵਿਸਾਲਾ। ਸਾਡੀ ਮੱਤ ਛੋਟੀ ਆ ਮਹਾਰਾਜ, ਅਸੀਂ ਬਣਜਾਰੇ ਸਿੱਖ ਹਾਂ। ਵਿਦਿਤ ਹੋਏ ਤੁਕ ਕੋ ਅਰਥ ਜਿਮ ਲਖੇ ਸੁਖਾਲਾ। ਆ ਕੀ ਗੱਲ ਕਹਿ ਰਹੇ ਹੋ, ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ। ਇਹਦਾ ਅਰਥ ਦੱਸਣਾ ਕਰੋ ਮਹਾਰਾਜ, ਕੀ ਕਹਿ ਰਹੇ ਹੋ।
ਤਾਂ ਕਿ ਸਾਨੂੰ ਪਤਾ ਲੱਗ ਜਾਵੇ। ਗੁਰ ਸਰਬੱਗ ਸ੍ਰੀ ਬਦਨ ਤੇ ਬੜ ਗੂੜ ਪ੍ਰਸੰਗਾ। ਕਿਉਂਕਿ ਤੁਸੀਂ ਸਰਬੱਗ ਹੋ, ਤੁਹਾਡੇ ਮੁਖ ਤੋਂ ਨਿਕਲੇ ਬਚਨ ਗੂੜੇ, ਭਾਵ ਜਿਵੇਂ ਬੁੱਝਣ ਵਾਲੀਆਂ ਬਾਤਾਂ ਹੁੰਦੀਆਂ, ਤੁਹਾਡੇ ਗੂੜੇ ਬਚਨ ਮਹਾਰਾਜ ਸਰਬੰਗਾ ਹਰੇਕ ਨੂੰ ਸਮਝ ਨਹੀਂ ਆਉਂਦੇ। ਭੂਤ ਭਵਿਖਿਅਤ ਪਇ ਹੋਏ ਜਿਮ ਨੀਚ ਉਤੰਗਾ। ਤੁਹਾਡੇ ਬਚਨਾਂ ਵਿੱਚ ਪਤਾ ਨਹੀਂ ਬੀਤੇ ਦੀ ਗੱਲ ਹੈ ਕਿ ਆਉਣ ਵਾਲੇ ਦੀ ਗੱਲ ਹੈ, ਚੰਗਾ ਹੈ ਜਾਂ ਮਾੜਾ ਹੈ, ਸਾਨੂੰ ਸਮਝ ਨਹੀਂ ਆਉਂਦੀ। ਕਰਿਓ ਸਨਾਵਨ ਸਕਲ ਹੀ ਦਾਸਨ ਸਮਝਾਇਓ। ਤਾਂ ਫਿਰ ਸਾਰਿਆਂ ਹੀ ਦਾਸਾਂ ਨੂੰ ਕਹਿ ਕੇ ਸਤਿਗੁਰਾਂ ਨੇ ਸਮਝਾਉਣਾ ਸ਼ੁਰੂ ਕੀਤਾ ਹੈ। ਸਿੱਖ ਸੰਗਤ ਬਿਨ ਸਿਦਕ ਕੇ ਮਨ ਕੋ ਪਰਮਾਇਓ। ਪਾਤਸ਼ਾਹ ਕਹਿਣ ਲੱਗੇ ਸਿੱਖ ਸੰਗਤਾਂ ਜਿਹੜੀਆਂ ਹਨ, ਇਹਨਾਂ ਵਿੱਚੋਂ ਸਿਦਕ ਭੱਜ ਗਿਆ ਹੈ, ਇਹਨਾਂ ਦਾ ਮਨ ਭਰਮ ਗਿਆ ਹੈ। ਭਈ ਦੂਰ ਉਰ ਭਾਵਨਾ ਬੇਮੁਖ ਮਤ ਧਾਰੀ। ਔਰ ਇਹਨਾਂ ਦੇ ਅੰਦਰੋਂ ਭਾਵਨਾ ਖਤਮ ਹੋ ਗਈ ਹੈ, ਬੇਮੁਖਾਂ ਵਾਲੀ ਮਤ ਧਾਰੀ ਹੋਈ ਆ। ਇਸ ਕੋ ਫਲ ਦੁਖ ਲਹਿਗੇ ਚੁਰ ਹੈ ਕਰਚਾਰੀ। ਔਰ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ, ਉਹ ਝੂਰਦਾ ਹੀ ਮਰਦਾ ਹੈ, ਹੱਥ ਝਾੜ ਕੇ ਦੁਨੀਆ ਚੋਂ ਜਾਣਗੇ। ਬੇਮੁਖ ਹੋਏ ਸੰਗਤ ਮਰਹਿ ਤਜ ਪ੍ਰਾਣ ਸਿਧਾਏ। ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ ਔਰ ਪ੍ਰਾਣਾਂ ਨੂੰ ਛੱਡ ਕੇ ਚਲਿਆ ਜਾਂਦਾ ਹੈ, ਮਮ ਸਿਖਨ ਕੇ ਧਾਮ ਮੈਂ ਪੁਨ ਉਪਜੇ ਜਾਏ। ਔਰ ਫਿਰ ਉਹ ਲੋਕ ਮੇਰੇ ਸਿੱਖਾਂ ਦੇ ਘਰੇ ਜਾ ਕਰਕੇ ਜਨਮ ਲੈਣਗੇ। ਬਹੁ ਸੰਗ ਕਾਲੀ ਕਾਲ ਕੱਛ ਤਿਸ ਕੋ ਫਲ ਪੈ ਹੈ। ਹਾਂ, ਮੇਰੀ ਸੰਗਤ ਦਾ, ਮੇਰੇ ਦਰਸ਼ਨਾਂ ਦਾ ਕੁਝ ਫਲ ਉਹਨਾਂ ਨੂੰ ਇਹ ਪ੍ਰਾਪਤ ਹੋਵੇਗਾ ਕਿ ਸਿੱਖਾਂ ਦੇ ਘਰੇ ਪੈਦਾ ਹੋਣਗੇ। ਚਿਤਪਤ ਹੋਏ ਤਮਤਾਰ ਸਭ ਕੋ ਚਾਕਰ ਹੈ। ਕੋਈ ਰਾਜੇ ਬਣਨਗੇ, ਕੋਈ ਛੋਟੇ, ਕੋਈ ਵੱਡੇ, ਕੋਈ ਉਹਨਾਂ ਦੇ ਨੌਕਰ ਵਜ਼ੀਰ ਮੰਤਰੀ ਬਣ ਜਾਣਗੇ। ਸੁਣ ਬੰਤਾ ਪਰਿਵਾਰ ਜੁਤ ਜਿਮ ਜਾਲ ਵਿਸਾਲੇ। ਔਰ ਉਹਨਾਂ ਦੇ ਧੀਆਂ ਪੁੱਤਰ ਪਰਿਵਾਰ ਹੋਣਗੇ ਜਿਵੇਂ ਵਧਣਗੇ। ਫਸੇ ਨੀਨ ਕੀ ਰੀਤ ਨਿਤ ਨਿਕਸੇ ਨ ਦੁਖਾਲੇ। ਔਰ ਪਰਿਵਾਰ ਦੇ ਜਾਲ ਵਿੱਚ ਮੋਹ ਮਮਤਾ ਵਿੱਚ ਐਸੇ ਫਸਣਗੇ ਜਿਵੇਂ ਮੱਛੀ ਜਾਲ 'ਚ ਫਸੀ ਹੁੰਦੀ ਆ। ਸੰਕਟ ਪਹੁੰਚੇ ਆਨ ਤਬ ਕੁਛ ਹੈ ਬਨਾ ਉਪਾਇਆ। ਤੇ ਜਦੋਂ ਉਹਨਾਂ ਨੂੰ ਦੁੱਖ ਪਹੁੰਚੇਗਾ ਮੈਨੂੰ ਯਾਦ ਨਹੀਂ ਕਰਨਗੇ, ਮੇਰੇ ਤੋਂ ਭਰਮ ਜਾਣਗੇ, ਸਿੱਖਾਂ ਦੇ ਘਰੇ ਪੈਦਾ ਹੋਣਗੇ ਪਰ ਮੈਨੂੰ ਯਾਦ ਨਹੀਂ ਕਰਨਗੇ। ਮੇਰੇ ਇਹਨਾਂ ਦਰਸ਼ਨਾਂ ਦਾ ਫਲ ਉਹਨਾਂ ਨੂੰ ਦੁਬਾਰੇ ਸਿੱਖਾਂ ਦੇ ਘਰੇ ਮਨੁੱਖਾ ਜਨਮ ਮਿਲ ਜੂਗਾ, ਪਰ ਮੈਨੂੰ ਨਾ ਯਾਦ ਕਰਨ ਕਰਕੇ ਧੀਆਂ ਪੁੱਤਰਾਂ ਦੀ ਮੋਹ ਮਮਤਾ ਦੇ ਜਾਲ ਵਿੱਚ ਹੀ ਫਸੇ ਰਹਿਣਗੇ, ਜਿਵੇਂ ਮੱਛੀ ਜਾਲ 'ਚ ਫਸ ਜਾਂਦੀ ਹੈ। ਤਬ ਜਾਣेंगे ਸੱਚ ਪਿਓ ਗੁਰ ਕੋ ਫਰਮਾਇਆ। ਔਰ ਫੇਰ ਕਹਿਣਗੇ ਯਾਰ ਗੁਰੂ ਦੇ ਬਚਨ ਨਹੀਂ ਆਪਾਂ ਮੰਨੇ, ਗੁਰੂ ਤਾਂ ਸੱਚ ਹੀ ਕਹਿੰਦਾ ਸੀ। ਸੁਨ ਸੁਨਾਕ ਸਿੰਘ ਪ੍ਰਥਮ ਕੋ ਜਿਮ ਭਿਓ ਬ੍ਰਿਤੰਤਾ। ਇਉਂ ਹੁਸ਼ਨਾਕ ਸਿੰਘ ਨੇ ਇਹ ਸਾਰੀ ਗੱਲ ਸਤਿਗੁਰਾਂ ਕੋਲੋਂ ਸੁਣੀ। ਸੰਗਰ ਪੈਰਵ ਜਬ ਰਚਿਓ ਦੇਵੀ ਬਲਵੰਤਾ। ਜਿਸ ਤਰ੍ਹਾਂ ਪਹਿਲਾਂ ਵੱਡੇ ਵੱਡੇ ਜੰਗ ਹੋਏ, ਮਾਰੇ ਕਰੋੜੋ ਹੀਰ ਕਰ ਭਾਜੇ ਤਰਤਰਾਸਾ। ਕਰੋੜਾਂ ਹੀ ਲੋਕ ਉਹਨਾਂ ਜੰਗਾਂ ਦੇ ਵਿੱਚ ਮਰੇ ਤੇ ਡਰਦੇ ਭੱਜ ਗਏ। ਅਸਰ ਬਚੇ ਕੇ ਤਕ ਤਬੇ ਕਿਆ ਬਾਸ ਆਵਾਸਾ। ਔਰ ਉਹਨਾਂ ਦੇ ਵਿੱਚੋਂ ਕੁਝ ਬਚ ਗਏ ਤੇ ਉਹਨਾਂ ਨੇ ਜਿਹੜਾ ਹੈ ਆਪਣੇ ਘਰੀ ਜਾ ਕੇ ਵਸਣਾ ਕੀਤਾ। ਪ੍ਰਿੰਗੂ ਬੰਸ ਮੈਂ ਭਾਰਗਵ ਮੌਂਟੀ ਤਿਸ ਨਾਮੋ। ਇਸ ਤਰ੍ਹਾਂ ਜਿਹੜੇ ਬਚੇ ਉਹਨਾਂ ਦਾ ਕੀ ਹਾਲ ਹੋਇਆ, ਇਹ ਸਤਿਗੁਰੂ ਪਾਤਸ਼ਾਹ ਜੀ ਕਿਵੇਂ ਦੱਸਦੇ ਆ, ਅਗਲੇ ਦੀਵਾਨਾਂ ਵਿੱਚ ਸਰਪਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व में पंजन गुणतास। हे संगी हे निरंकार हे निर्गुण सब टेक। हे गोविंद हे गुण निधान सदा विवेक। हे अपरंपर हर हरे हो बनहार। हे संत कै सदा संग आधार। हे ठाकुर हों दासरो निर्गुण गुण नहीं कोय। नानक दीजै नाम दान आए प्रभ शरणागति। निध दयाल। एक अखर हर मन बसत निहाल। एक अंकारा सतगुरु प्रसाद सच होए। वाहिगुरु जी की फतेह है।
ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ, ਗੁਰੂ ਜੀ ਸਰਵਣ ਕੀਤਾ।